ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣਾਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ, ਕੋਟ ਪਰਾਧ ਹਮਾਰੇ ਖੰਡੋ, ਅਨੇਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਵਿਰਦ ਰਖਾਵੋ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨਿਹਾਰ, ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਣਹਾਰ, ਕਬੀਰ ਨਾ ਹਮ ਕੀਆ ਨ ਕरेंगे, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰਿ ਕੀਆ, ਭਇਓ ਕਬੀਰ ਕਬੀਰ, ਜੋ ਕਿਛ ਕੀਆ ਸੋ ਹਰਿ ਕੀਆ, ਭਇਓ ਕਬੀਰ ਕਬੀਰ, ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਬਾਣੀ ਦੇ ਅੰਦਰ 15 ਭਗਤਾਂ ਵਿੱਚੋਂ ਸਭ ਤੋਂ ਵੱਧ ਜੇ ਕਿਸੇ ਦੀ ਬਾਣੀ ਉਚਾਰਨ ਕੀਤੀ ਹੋਈ ਹੈ ਤਾਂ ਸਾਧ ਸੰਗਤ ਤੋਂ ਭਗਤ ਕਬੀਰ ਸਾਹਿਬ ਜੀ ਦੀ ਹੈ।
ਔਰ ਜਿਸ ਸਿੱਖੀ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਦਾਸੀਆਂ ਦੇ ਰਾਹੀਂ ਦੂਰ ਦੂਰ ਤੱਕ ਪਹੁੰਚਾਇਆ ਹੈ, ਅਸਲੀਅਤ ਵਿੱਚ ਉਸ ਸਿੱਖੀ ਦੀ ਸ਼ੁਰੂਆਤ ਭਗਤ ਕਬੀਰ ਸਾਹਿਬ ਨੇ ਕੀਤੀ ਹੈ। ਜਿਹੜੀ ਗੱਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਫਿਰ ਪ੍ਰਚਾਰ ਕੀਤਾ, ਸਾਧ ਸੰਗਤ ਤੋਂ ਸਿੱਖੀ ਦੀ ਸ਼ੁਰੂਆਤ ਭਗਤ ਕਬੀਰ ਸਾਹਿਬ ਤੋਂ ਹੋਈ ਹੈ। ਅੱਜ ਆਪਾਂ ਉਹਨਾਂ ਮਹਾਨ ਰੱਬ ਵਿੱਚ ਭੇਦ ਹੋਇਆਂ ਦੀ ਯਾਦ ਮਨਾ ਰਹੇ ਹਾਂ, ਜਿਨ੍ਹਾਂ ਨੇ ਰੱਬ ਦੇ ਬਰਾਬਰ ਬਹਿ ਕੇ ਗੱਲ ਕਹੀ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਪਰ ਇਸ ਅਵਸਥਾ ਤੱਕ ਪਹੁੰਚਣਾ ਕਿ ਰੱਬ ਦੇ ਬਰਾਬਰ ਬਹਿ ਕੇ ਕਹਿਣਾ ਹੁਣ ਰੱਬ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ, ਦੁਨੀਆ ਦੇ ਲੋਕੋ ਕਬੀਰ ਰੱਬ ਹੋ ਗਿਆ ਤੇ ਰੱਬ ਕਬੀਰ ਹੋ ਗਿਆ। ਉਸ ਤੋਂ ਪਹਿਲਾਂ ਸਾਨੂੰ ਕੀ ਸਿੱਖਿਆ ਦਿੱਤੀ ਹੈ? ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਬਾਣੀ ਦੇ ਰਾਹੀਂ ਉਸ ਨੂੰ ਸਮਝਣਾ ਹੈ। ਸਾਧ ਸੰਗਤ ਦਿਹਾੜਾ ਕੋਈ ਵੀ ਹੋਵੇ, ਭਾਵੇਂ ਸਤਿਗੁਰੂ ਸਾਹਿਬਾਨ ਜੀਆਂ ਦਾ ਪ੍ਰਕਾਸ਼ ਪੁਰਬ ਹੈ, ਭਾਵੇਂ ਕਿਸੇ ਗੁਰੂ ਸਾਹਿਬਾਨ ਜੀਆਂ ਦਾ ਜੋਤੀ ਜੋਤ ਪੁਰਬ ਹੈ, ਭਾਵੇਂ ਕੋਈ ਸਤਿਗੁਰ ਜੀ ਦਾ ਸ਼ਹੀਦੀ ਦਿਹਾੜਾ ਹੈ, ਭਾਵੇਂ ਭਗਤ ਸਾਹਿਬਾਨ ਜੀਆਂ ਦਾ ਪ੍ਰਕਾਸ਼ ਪੁਰਬ ਹੋਵੇ, ਸਾਰੇ ਸਮਾਗਮਾਂ ਦੇ ਨਾਲ ਇੱਕ ਸ਼ਬਦ ਲਿਖਿਆ ਜਾਂਦਾ ਹੈ, ਗੁਰਮਤਿ ਸਮਾਗਮ। ਗੁਰਮਤਿ ਸਮਾਗਮ ਦਾ ਅਰਥ ਹੈ ਜਿਹਦੇ ਰਾਹੀਂ ਆਪਾਂ ਗੁਰੂ ਦੀ ਮੱਤ ਸਿੱਖਣ ਵਾਸਤੇ ਇਕੱਠੇ ਹੋਏ ਹਾਂ। ਹੋਰ ਇਹ ਸਮਾਗਮ ਰੱਖਣ ਦਾ ਕੋਈ ਪਰਪਸ ਨਹੀਂ ਹੈ, ਲੰਗਰ ਛਕਾਉਣ ਵਾਸਤੇ ਨਹੀਂ ਤੁਹਾਨੂੰ ਬੁਲਾਇਆ ਗਿਆ। ਸਾਧ ਸੰਗਤ ਲੰਗਰ ਤਾਂ ਆਪਾਂ ਰੋਜ਼ ਘਰ ਵੀ ਪ੍ਰਸ਼ਾਦਾ ਛਕਦੇ ਹਾਂ, ਇਹ ਕੋਈ ਕਿਸੇ ਤਰ੍ਹਾਂ ਦਾ ਮਨੋਰੰਜਨ ਸਾਧਨ ਨਹੀਂ ਹੈ ਵੀ ਲੋਕ ਇਕੱਠੇ ਕਰਨੇ ਨੇ ਫਿਰ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਛਕਾਉਣਾ। ਸਮਾਗਮ ਦਾ ਭਾਵ ਹੈ ਜਿੱਥੇ ਗੁਰੂ ਦੀ ਮੱਤ ਸਿੱਖਣ ਵਾਸਤੇ ਇਕੱਠੇ ਹੋਏ ਆ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਆਪਣੀ ਮੱਤ ਪੂਰੀ ਨਹੀਂ ਹੈ। ਗੁਰੂ ਦੀ ਮੱਤ ਕਿਉਂ ਸਿੱਖਣੀ ਹੈ? ਆਪਣੀ ਮੱਤ ਵਿੱਚ ਕਮੀ ਹੈ, ਘਾਟ ਹੈ। ਸਾਧ ਸੰਗਤ ਬੰਦਾ ਕਿੰਨਾ ਵੀ ਪੜ੍ਹਿਆ ਲਿਖਿਆ ਗਿਆਨੀ ਹੋਵੇ, ਉਹਦੀ ਮੱਤ ਪੂਰੀ ਨਹੀਂ ਹੋ ਸਕਦੀ। ਹਰ ਇੱਕ ਬੰਦੇ ਦੀ ਮੱਤ ਅਧੂਰੀ ਹੈ। ਵੱਡੇ ਵੱਡੇ ਗਿਆਨਮਨ ਬੰਦਿਆਂ ਕੋਲੋਂ ਵੱਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਨੇ। ਇਸ ਧਰਤੀ ਉੱਤੇ ਕੋਈ ਵੀ ਬੰਦਾ ਪਰਫੈਕਟ ਨਹੀਂ ਹੈ, ਸਾਰੀ ਦੁਨੀਆ ਇੰਪਰਫੈਕਟ ਹੈ। ਕੋਈ ਨਾ ਕੋਈ ਘਾਟ, ਕੋਈ ਔਗਣ, ਕੋਈ ਕਮੀ ਹਰ ਇਨਸਾਨ ਵਿੱਚ ਹੈ। ਜੇ ਕੋਈ ਪੂਰਾ ਹੈ ਤਾਂ ਸਾਧ ਸੰਗਤ ਤੋਂ ਸਿਰਫ ਦੋ ਹਸਤੀਆਂ ਨੇ, ਇੱਕ ਸਤਿਗੁਰੂ ਪੂਰਾ ਤੇ ਦੂਜਾ ਅਕਾਲ ਪੁਰਖ ਰੱਬ ਪੂਰਾ। ਬਾਕੀ ਸਾਰੀ ਦੁਨੀਆ ਅਧੂਰੀ ਹੈ। ਤਾਈਓਂ ਪਾਤਸ਼ਾਹ ਨੇ ਬਚਨ ਕਹੇ, ਹਰ ਬੰਦੇ ਕੋਲੋਂ ਕੋਈ ਨਾ ਕੋਈ ਭੁੱਲ ਹੁੰਦੀ ਹੈ। ਜੇ ਕੋਈ ਭੁੱਲ ਨਹੀਂ ਕਰਦਾ, ਉਹ ਸਿਰਫ ਦੋ ਹਸਤੀਆਂ ਨੇ, ਇੱਕ ਗੁਰੂ ਕਦੇ ਭੁੱਲ ਨਹੀਂ ਕਰਦਾ, ਇੱਕ ਰੱਬ ਕਦੇ ਭੁੱਲ ਨਹੀਂ ਕਰਦਾ। ਬਾਕੀ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਰੀ ਦੁਨੀਆ ਭੁੱਲ ਕਰਦੀ ਹੈ। ਜਿਹੜੇ ਬੰਦੇ ਤੋਂ ਭੁੱਲ ਹੁੰਦੀ, ਇਹਦਾ ਮਤਲਬ ਉਹਦੀ ਮੱਤ ਘੱਟ ਹੈ, ਉਹਦੀ ਮੱਤ ਅਧੂਰੀ ਹੈ। ਇਸ ਲਈ ਆਪਾਂ ਗੁਰੂ ਦੇ ਕੋਲੋਂ ਮੱਤ ਸਿੱਖਣ ਵਾਸਤੇ ਆਏ। ਇੱਕ ਵਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰੋ, ਮਨੋਵਿਰਤੀ ਇਕਾਗਰ ਕਰੋ। ਜਿਹੜੀਆਂ ਸੰਗਤਾਂ ਸੇਵਾ ਵਿੱਚ ਵੀ ਮਸ਼ਰੂਫ ਨੇ, ਉਹਨਾਂ ਨੂੰ ਬੇਨਤੀ ਹੈ ਸੇਵਾ ਕਰਦਿਆਂ ਧਿਆਨ ਗੁਰੂ ਦੀ ਵਿਚਾਰ ਵੱਲ ਰੱਖਣਾ। ਤਾਈਓਂ ਦੂਰ ਤੱਕ ਲਾਊਡ ਸਪੀਕਰ ਲਾਏ ਜਾਂਦੇ ਨੇ, ਤਾਂ ਜੋ ਉਹ ਆਵਾਜ਼ ਦੇ ਮਾਧਿਅਮ ਨਾਲ ਜਿੱਥੇ ਕੋਈ ਸੇਵਾ ਕਰ ਰਿਹਾ ਉਹਦਾ ਵੀ ਧਿਆਨ ਗੁਰੂ ਵੱਲ ਰਹੇ। ਸਾਰੀ ਸੰਗਤ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਲਵਾਓ ਹਾਜ਼ਰੀ। ਦੋਵੇਂ ਹੱਥ ਜੋੜ ਕੇ
ਕਰੋ ਰਸਨਾ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਮਤ ਅਧੂਰੀ ਕਿਉਂ ਹੈ? ਸਾਧ ਸੰਗਤ ਆਪਣੀ ਮਤ ਨਾਲ ਕੀਤੀ ਹੋਈ ਸੇਵਾ ਵਿਅਰਥ ਚਲੀ ਜਾਂਦੀ ਹੈ। ਆਪਣੀ ਮਤ ਨਾਲ ਕੀਤਾ ਹੋਇਆ ਦਾਨ ਬੇਅਰਥ ਚਲਿਆ ਜਾਂਦਾ ਹੈ। ਬੰਦੇ ਦੀ ਆਪਣੀ ਮਤ ਨਾਲ ਕੀਤਾ ਹੋਇਆ ਪੁੰਨ ਦਾਨ ਰਸਾਤਲ ਵਿੱਚ ਚਲਿਆ ਜਾਂਦਾ ਹੈ। ਇਹ ਵੀ ਸੱਚ ਹੈ, ਆਪਣੀ ਮਤ ਨਾਲ ਜਪਿਆ ਹੋਇਆ ਨਾਮ ਵੀ ਲਿਖੇ ਵਿੱਚ ਨਹੀਂ ਪੈਂਦਾ। ਫਿਰ ਗੁਰੂ ਦੀ ਮਤ ਨਾਲ ਸੇਵਾ ਕਰਨੀ ਪੈਂਦੀ ਹੈ, ਗੁਰੂ ਦੀ ਮੱਤ ਨਾਲ ਸਿਮਰਨ ਕਰਨਾ ਪੈਂਦਾ, ਗੁਰੂ ਦੀ ਮੱਤ ਨਾਲ ਪੁੰਨ ਦਾਨ ਕਰਨਾ ਪੈਂਦਾ। ਫਿਰ ਉਹ ਪੁੰਨ ਦਾਨ ਸੇਵਾ ਸਿਮਰਨ ਥਾਂ ਪੈਂਦਾ। ਆਪਣੀ ਮੱਤ ਨਾਲ ਕੀਤੀ ਹੋਈ ਸੇਵਾ ਸਾਧ ਸੰਗਤ ਵਿਅਰਥ ਹੋ ਜਾਂਦੀ ਹੈ। ਕਿਉਂ? ਆਪਣੀ ਮੱਤ ਵਿੱਚ ਸਵਾਰਥ ਹੈ, ਆਪਣੀ ਮੱਤ ਵਿੱਚ ਲੋਭ ਹੈ, ਆਪਣੀ ਮੱਤ ਦੇ ਅੰਦਰ ਸੇਵਾ ਕਰਕੇ ਹੰਕਾਰ ਹੋ ਸਕਦਾ ਹੈ, ਆਪਣੀ ਮੱਤ ਵਿੱਚ ਦਾਨ ਕਰਕੇ ਹਉਮੈ ਹੋ ਸਕਦੀ ਹੈ। ਆਪਣੀ ਮੱਤ ਇਸ ਲਈ ਅਧੂਰੀ ਹੈ ਕਿਉਂਕਿ ਸਵਾਰਥ, ਲਾਲਚ, ਲੋਭ ਤੇ ਹੰਕਾਰ ਮੱਤ ਵਿੱਚ ਹੁੰਦਾ ਹੈ। ਬਹੁਤ ਬੰਦੇ ਨੇ ਸੇਵਾ ਹੀ ਉੱਥੇ ਕਰਨਗੇ ਜਿੱਥੇ ਉਹਨਾਂ ਦਾ ਆਪਣਾ ਕੋਈ ਸਵਾਰਥ ਹੋਵੇ। ਜੇ ਆਪਣਾ ਸਵਾਰਥ ਨਹੀਂ, ਉਹ ਸੇਵਾ ਨਹੀਂ ਕਰਨਗੇ। ਜੇ ਸਿਰੋਂ ਪਾਓ ਸਰੋਪਾ ਮਿਲ ਰਿਹਾ ਫਿਰ ਆਉਂਦੇ ਰਹਿਣਗੇ। ਜੇ ਸਰੋਪਾ ਸਿਰੋਂ ਪਾਓ ਨਾ ਮਿਲੇ ਤੇ ਸਾਧ ਸੰਗਤ ਆਉਣੋਂ ਹਟ ਜਾਂਦੇ ਨੇ। ਜੇ ਸਰੋਪਾ ਮਾਣ ਸਤਿਕਾਰ ਮਿਲੇ ਫਿਰ ਸੇਵਾ ਕਰਨਗੇ। ਜੇ ਸਰੋਪਾ ਸਤਿਕਾਰ ਮਾਣ ਨਾ ਮਿਲੇ ਤਾਂ ਸੇਵਾ ਕਰਨੋਂ ਹਟ ਜਾਂਦੇ ਨੇ। ਇਹਦਾ ਮਤਲਬ ਆਪਣੀ ਮੱਤ ਨਾਲ ਆਪਾਂ ਸੇਵਾ ਕਰ ਰਹੇ ਹਾਂ। ਜਿੱਥੇ ਮੇਰੀ ਇੱਜ਼ਤ ਮਾਣ ਸਤਿਕਾਰ ਹੋਏਗਾ ਮੈਂ ਉੱਥੇ ਸੇਵਾ ਕਰਾਂਗਾ। ਜਿੱਥੇ ਇੱਜ਼ਤ ਮਾਣ ਸਰੋਪਾ ਮਾਣ ਸਤਿਕਾਰ ਨਹੀਂ, ਉੱਥੇ ਸੇਵਾ ਨਹੀਂ ਕਰਾਂਗਾ। ਇਹ ਕਿਹਦੀ ਮੱਤ ਹੈ? ਆਪਣੀ ਮੱਤ ਹੈ, ਗੁਰੂ ਦੀ ਮੱਤ ਨਹੀਂ ਹੈ। ਮੈਂ ਇੱਕ ਦਿਨ ਲਾਈਵ ਤੋਂ ਵੀ ਇਹ ਬੇਨਤੀ ਕਹੀ, ਬਹੁਤ ਬੰਦੇ ਜਿਹੜੇ ਸਮਾਗਮ ਕਰਾਉਣੋਂ ਹਟ ਗਏ, ਬਹੁਤ ਸੱਜਣ ਜਿਹੜੇ ਕੈਂਪ ਲਾਉਣੋਂ ਹਟ ਗਏ, ਲੰਗਰ ਲਾਉਣੋਂ ਹਟ ਗਏ। ਹੋਲੇ ਮੁਹੱਲੇ ਦਾ ਹਰੇਕ ਸਾਲ ਲੰਗਰ ਲਾਉਂਦੇ ਸੀ, ਹੁਣ ਉਹ ਲੰਗਰ ਲਾਉਣੇ ਬੰਦ ਕਰਤੇ। ਮੈਂ ਉਹਨਾਂ ਨੂੰ ਪੁੱਛਿਆ, ਭਾਈ ਸਾਹਿਬ ਲੰਗਰ ਕਿਉਂ ਨਹੀਂ ਲਾਉਂਦੇ ਹੁਣ? ਕਹਿੰਦੇ ਛੱਡੋ ਭਾਈ ਸਾਹਿਬ, ਲੋਕ ਕਦਰੇ ਨਹੀਂ ਕਰਦੇ। ਕੈਂਪ ਲਾਉਣੇ ਕਿਉਂ ਬੰਦ ਕਰਦੇ? ਕਹਿੰਦੇ ਛੱਡੋ ਭਾਈ ਸਾਹਿਬ, ਲੋਕ ਕਦਰੇ ਨਹੀਂ ਕਰਦੇ। ਅਸੀਂ ਬੰਦ ਹੀ ਕਰਤੇ, ਸਮਾਗਮ ਬੰਦ ਹੀ ਕਰ ਦਿੱਤੇ। ਕਿਉਂ? ਲੋਕੀ ਕਦਰ ਨਹੀਂ ਕਰਦੇ। ਇਹਦਾ ਮਤਲਬ ਲੋਕੀ ਕਦਰ ਕਰਨ ਤਾਂ ਆਪਾਂ ਸੇਵਾ ਕਰਨੀ ਹੈ। ਲੋਕ ਕਦਰ ਕਰਨ ਫਿਰ ਆਪਾਂ ਲੰਗਰ ਲਾਉਣਾ। ਉਹਦੇ ਵਿੱਚ ਗੁਰੂ ਨਾਲ ਸੰਗਤ ਨਾਲ ਕੋਈ ਵਾਸਤਾ ਨਹੀਂ, ਸੇਵਾ ਨਾਲ ਕੋਈ ਵਾਸਤਾ ਨਹੀਂ। ਲੋਕ ਕਦਰ ਕਰਨ ਤਾਂ ਲੰਗਰ ਲਾਉਣਾ, ਜੇ ਕਦਰ ਨਾ ਕਰਨ ਫਿਰ ਲੰਗਰ ਨਹੀਂ ਲਾਉਣਾ। ਜੇ ਲੋਕੀ ਕਦਰ ਕਰਨ ਤਾਂ ਕੈਂਪ ਲਾਉਣੇ ਨੇ, ਜੇ ਲੋਕੀ ਕਦਰ ਨਾ ਕਰਨ ਫਿਰ ਕੈਂਪ ਨਹੀਂ ਲਾਉਣਾ, ਕੋਈ ਸੇਵਾ ਕਰਨੀ ਨਹੀਂ। ਇਹਦਾ ਮਤਲਬ ਆਪਣੀ ਮੱਤ ਨਾਲ ਆਪਾਂ ਸੇਵਾ ਕਰ ਰਹੇ ਸੀ। ਜਿੱਦਣ ਗੁਰੂ ਦੀ ਮੱਤ ਸਿੱਖਾਂਗੇ ਉਦਣ ਸਾਧ ਸੰਗਤ ਇੱਥੋਂ ਤੱਕ ਪਾਤਸ਼ਾਹ ਨੇ ਕਿਹਾ, ਭਲਿਆ ਜੇ ਕੋਈ ਤੇਰੀ ਨਿੰਦਿਆ ਵੀ ਕਰੇ, ਗੁਰੂ ਦੀ ਮੱਤ ਇਹ ਹੈ ਤੂੰ ਸੇਵਾ ਕਰਨੋਂ ਨਹੀਂ ਹਟੇਗਾ। ਤੈਨੂੰ ਕੋਈ ਕਦਰ ਦੀ ਗੱਲ, ਮਾਣ ਸਤਿਕਾਰ ਸਰੋਪੇ ਦੀ ਗੱਲ ਛੱਡ, ਤੇਰਾ ਕੋਈ ਮਾਣ ਸਤਿਕਾਰ ਸਰੋਪਾ ਤਾਂ ਦੂਰ ਦੀ ਗੱਲ, ਤੈਨੂੰ ਸੇਵਾ ਕਰਕੇ ਦਾਨ ਪੁੰਨ ਕਰਕੇ ਲੋਕ ਤੇਰੀ ਨਿੰਦਿਆ ਕਰਨ ਤਾਂ ਵੀ ਤੂੰ ਸੇਵਾ ਕਰਨੋਂ ਨਹੀਂ ਹਟੇਗਾ। ਇਹ ਗੁਰੂ ਦੀ ਮੱਤ ਹੈ। ਕਿਉਂਕਿ ਜਿਹੜਾ ਗੁਰੂ ਦੀ ਮੱਤ ਨਾਲ ਚੱਲਦਾ ਉਹ ਰਸਤਾ ਨਹੀਂ ਕਦੇ ਬਦਲਦਾ। ਅਸੀਂ ਰਸਤਾ ਬਦਲ ਲਈਦਾ। ਇਸੇ ਲਈ ਪਾਤਸ਼ਾਹ ਨੇ ਬਚਨ ਕਹੇ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਰੱਬ ਦਾ ਜਨ ਹੈ, ਉਹ ਰੱਬ ਦੇ ਗੁਣ ਗਾਉਂਦਾ ਹੈ ਪਰ ਰਸਤਾ ਨਹੀਂ ਬਦਲਦਾ। ਜਿਨ੍ਹਾਂ ਨੂੰ ਬਾਣੀ ਯਾਦ ਨਾਲ ਪੜ੍ਹਿਓ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕੋਈ ਨਿੰਦਿਆ ਵੀ ਕਰੇ ਤਾਂ ਵੀ ਉਹ ਆਪਣਾ ਗੁਣ ਭਾਵ ਰਸਤਾ ਨਹੀਂ ਛੱਡਦਾ, ਮਾਰਗ ਨਹੀਂ ਤਿਆਗਦਾ। ਕਿਉਂ? ਇਹ ਗੁਰੂ ਦੀ ਮੱਤ ਹੈ। ਆਪਣੀ ਮੱਤ ਨਾਲ ਕੀਤਾ ਹੋਇਆ ਦਾਨ ਪੁੰਨ ਸੇਵਾ ਸਭ ਕੁਝ ਵਿਅਰਥ, ਕਿਉਂਕਿ ਆਪਣੀ ਮੱਤ ਵਿੱਚ ਸਵਾਰਥ ਹੈ। ਆ 2 ਸਾਲ ਹੁਣ ਕਰੋਨਾ ਦਾ ਰੌਲਾ ਰਿਹਾ,
मैं इदां दे कौंसलर MC वेखे ने अपने शहर विच जिन्हां कोल ਲੱਖਾਂ रुपए ਦੀਆਂ रसतां घर विच गल गईयां, दालां ਵਿੱਚ सुंडियां पै गईयां, ਉਹ नहीं वंडियां नहीं। हुण उन्हां नूं पुछिया भाई क्यों नहीं वंडिया तुसीं? जदों उन्हां दे कोलों गलिया राशन निकलिया, कईयां पुछिया भी वंडिया क्यों नहीं, इहदे नालों वंड ही दिंदे। तो कहते छड्डो जी वो बंदियां ने सानू वोटां ही नहीं पाईयां। इहदा मतलब उधरले पासे राशन वंडने जिहड़े लोग वोटां पाउण, ये गुरु की मत थोड़ी है। गुरु की मत विच जो वंडिया जाएगा उहदे विच फर्क नहीं किया जाता। हुण तुसीं गुरु दरबार विच बैठे हो, इत्थे कड़ा प्रसाद वरताया जाना है, कदे कोई वरतावा फर्क कर सकदा? वे इहनूं नहीं देना। वरताउण वाले नाल वरतावा प्रसाद लैण वाला ना बोलदा होवे तां भी उहनूं प्रसाद देना पैना। लंगर विच प्रसादा छकण बह जाओ, कोई किसी नाल बोलदा ना होवे, दुश्मनी होवे, लड़ाई झगड़ा होवे, मोह भराला होवे, ना बोलदा होवे, तां भी साध संगत वरतावा वरताउण लग्गिया फर्क नहीं कर सकदा, उहनूं लंगर वरताउणा पैना। क्यों? ये गुरु की मत नाल चल रहा है। जिहड़ा अपनी मत नाल उहदे विच फर्क हुंदा है। इसलिए धन गुरु तेग बहादुर महाराज जी ने वचन कहे, कहते भाई अपनी मत नाल कीता होया दान पुण्य तीर्थ यात्रा सेवा सब कुछ रसातल इदां व्यर्थ है जिवें हाथी ने नदी विच नहा लिया होवे ते बाद विच चिक्कड़ भर के उपर फिर पा लिया होवे। इदां बंदे दान करते ने, दान करके मान हंकार करते ने, सब कुछ व्यर्थ। सेवा करनगे, सेवा करके महान करनगे, सब कुछ व्यर्थ। तीर्थां ते जाणगे, तीर्थां ते जाके साध संगत मन खोटे तन चोर रखणगे, सब कुछ किया होया तीर्थां ते व्यर्थ। इदां गुरु तेग बहादुर महाराज कहंदे तां इस तरह है जिवें हाथी ने नहा के चिक्कड़ फिर उपर पा लिया हो। महापुरुष कार सेवा वाले श्रीमान संत बाबा हरवंश सिंह जी पंथ रतन सचखंड वासी, अज तो 20 साल पहला मैं उन्होंने कोल दिल्ली बंगला साहब बैठे ते साध संगत उन्होंने कोल 5-4 होर अमीर बंदे बैठे सन। इन्ने नूं एक सज्जन आ गया। वो सज्जन ने आके झोले विचों 1 लाख रुपए दियां दथियां कढ़ियां पैसे दियां ते पैसे कढ़ के मोहरे रख ते कहने बाबा जी आ सेवा पानी, आ सेवा पानी है जी, सेवा जी। वो महापुरुषों ने पैसे ले लै, लिफाफे विचों पैसे कढ़ के वो सरदार जी ने फड़ा दिते। तब फिर वो महापुरुषों ने दथियां इदां चंगी तरह हवा विच लहरा के कहने सरदार जी किन्ने पैसे आ? वो कहना जी 1 लाख रुपया, मूँह भर के। 20 साल पहला 1 लाख रुपए की कीमत सी। कहना जी 1 लाख रुपया सेवा है। तब महापुरुषों ने फिर हवा में लहराया, लहरा के कहने भाई किन्ने पैसे आ? कहना जी 1 लाख रुपया। तब जदों 2 बार हवा में लहरा के पैसे चंगी तरह कहने भाई देख लो 1 लाख रुपया इन्ना हुंदा है। इतना महापुरुषों 2-3 बार कहा ते फिर कहण तो बाद एकदम गंभीर होकर बोले। वो बंदे नूं कहंदे सरदार जी हुण तां पैसे सारियां ने देख ले, हुण रख लईए। कहने सरदार जी हुण पैसे सारियां ने वेख ले, हुण रख लईए। वो बंदे का चेहरा रंग पीला फिर गया, एकदम घबरा गया, हाथ जोड़े ते महापुरुष फिर एकदम बहुत विराग विच आ गए। कहते भाई ऐदां ना करया करो, तुसीं बड़ी मेहनत नाल पैसा कमाउंदे हो, गृहस्थी बंदे हो, पैसा कमाउणा बहुत औखा है। असीं तां झग्गियां पा के सेवा गुरु दी कर रहे हैं, पैसा कमाउणा तुहानूं पता कितना औखा है। 1 लाख रुपया ठीकरियां रोड़े इकट्ठे करने होण शाम तक वो नहीं इकट्ठे हुंदे। 1 लाख रोड़े ठीकरियां शाम तक किसी ने कहो थैले च पाउणे आ, शाम तक वो नहीं इकट्ठे हुंदे। भाई 1 लाख रुपया कमाउणा बहुत औखा है। तो महापुरुष कहते हो बड़ी मेहनत नाल पैसा कमाउंदे हो, ऐदां ना करया करो, सेवा कीती व्यर्थ चली जाती है। इन्नी मेहनत नाल पैसा कमाया है, फिर दान देन लगे मान ना रखा करो। दिखा के दान किहदा देना है? वो जिहदा दिता तुसीं दे रहे हो उन्होंने की विखाउणा है। ये धन गुरु हरकृष्ण साहब गुरु तेग बहादुर महाराज के चरणों च लैके आए हो। भाई असीं तो उन्हों का लाउणा, उन्हों का दिता तुसीं दे रहे हो। बखावा ना करया करो,
ਮਾਣ ਕਰਕੇ ਸਾਰੀ ਸੇਵਾ ਵਿਅਰਥ ਚਲੀ ਜਾਂਦੀ। ਤੇ ਨਾਲੇ ਪੰਕਤੀ ਪੜ੍ਹ ਕੇ ਕਹਿੰਦੇ ਬੱਚੋ ਇਦਾਂ ਹੀ ਲਿਖਿਆ ਹੋਇਆ ਹੈ। ਸ਼ਬਦ ਪੜ੍ਹ ਕੇ ਕਹਿੰਦੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਪੜੋ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹਾਥੀ ਦਾ ਇਸ਼ਨਾਨ ਵਿਅਰਥ, ਏਦਾਂ ਤੁਹਾਡਾ ਦਾਨ ਵਿਅਰਥ। ਫਿਰ ਗੁਰੂ ਦੀ ਮੱਤ ਕੀ ਹੈ? ਦਾਨ ਦੇਣ ਲੱਗਿਆ ਮਾਣ ਨਹੀਂ ਕਰਨਾ ਕਿ ਮੈਂ ਦਿੱਤਾ ਹੈ। ਤਾਈਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕੋਈ ਵੀ ਬਾਣੀ ਦਾ ਸਰਲੇਖ ਬਦਲੇ, ਤੁਸੀਂ ਪੜੋਗੇ ਲਿਖਿਆ ਹੋਇਆ ਗੁਰ ਪ੍ਰਸਾਦ, ਸਤਿਗੁਰ ਪ੍ਰਸਾਦ। ਕਿਉਂ ਵਾਰ-ਵਾਰ ਲਿਖਿਆ? ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਵਾਰ-ਵਾਰ ਗੁਰ ਪ੍ਰਸਾਦ। ਉਹਦਾ ਰੀਜ਼ਨ ਇਹ ਹੈ, ਹਰ ਕੰਮ ਵਿੱਚ ਸਿੱਖ ਨੇ ਯਾਦ ਰੱਖਣਾ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਆਪਾਂ ਇੱਥੇ ਵੀ ਆਏ ਗੁਰੂ ਦੀ ਕਿਰਪਾ ਹੈ, ਨਹੀਂ ਤਾਂ ਆਹ 10 ਪੌੜੀਆਂ ਮੈਨੂੰ ਚੜ੍ਹ ਕੇ ਵਿਖਾ ਦਿਓ। ਜਿਹੜੇ ਬੰਦੇ ਦਾ ਸਰੀਰ ਬਿਮਾਰ ਹੈ, ਤੁਸੀਂ ਪੌੜੀਆਂ ਨਹੀਂ ਚੜ੍ਹ ਸਕਦੇ। ਮਾੜੀ ਜੇ ਚੁੱਕ ਪੈ ਜਾਏ, ਲੱਕ ਦੀ ਨਾੜ ਚੜ੍ਹ ਜਾਏ, ਪੌੜੀਆਂ ਨਹੀਂ ਚੜ੍ਹ ਸਕਦੇ। ਇਹ ਵੀ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਆਪਾਂ ਇੱਥੇ ਆ ਕੇ ਬੈਠੇ ਆ। ਸਿੱਖ ਦੀ ਭਗਤੀ ਇਹ ਹੈ, ਹਰ ਕਰਮ ਵਿੱਚੋਂ ਕਹਿੰਦਾ ਗੁਰ ਪ੍ਰਸਾਦ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਤਾਈਓ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਰਾਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਚੇਤੇ ਕਰਿਆ ਕਰ ਉਹਨੇ ਤੇਰੇ ਤੇ ਕਿੰਨਾ ਵੱਡਾ ਪਰਉਪਕਾਰ ਕੀਤਾ ਹੈ। ਹਰ ਕਰਮ ਵਿੱਚ ਯਾਦ ਕਰ ਗੁਰ ਪ੍ਰਸਾਦ। ਇੱਕ ਸ਼ਾਹੂਕਾਰ ਸੇਠ ਬੜਾ ਵੱਡਾ ਦਾਨੀ ਹੋਇਆ। ਉਹਦੇ ਦਾਨ ਦੇਣ ਦਾ ਤਰੀਕਾ ਲੋਕ ਵੇਖ ਕੇ ਬੜੇ ਹੈਰਾਨ ਹੁੰਦੇ ਸਨ। ਭਾਈ ਵੀਰ ਸਿੰਘ ਲਿਖਦੇ, ਕਹਿੰਦੇ ਕਿਸੇ ਨੇ ਉਹਨੂੰ ਪੁੱਛ ਲਿਆ ਬਈ ਤੇਰੇ ਵਰਗਾ ਦਾਨੀ ਨਹੀਂ ਵੇਖਿਆ। ਦਾਨੀ ਬਹੁਤ ਵੇਖੇ ਨੇ ਪਰ ਤੇਰੇ ਵਰਗਾ ਦਾਨੀ ਨਹੀਂ ਵੇਖਿਆ। ਕਿਉਂ? ਜਿੰਨੇ ਦਾਨੀ ਦਾਨ ਕਰਦੇ ਨੇ ਉਹ ਸਿਰ ਉੱਚਾ ਕਰਕੇ, ਅੱਖਾਂ ਉੱਚੀਆਂ ਕਰਕੇ ਦਾਨ ਕਰਦੇ। ਕਿਉਂ? ਮਾਣ ਹੁੰਦਾ ਮੈਂ ਦਾਨ ਦਿੱਤਾ। ਪਰ ਤੂੰ ਦਾਨੀ ਸੇਠ ਪਹਿਲੀ ਵਾਰ ਵੇਖਿਆ, ਇਹ ਸ਼ਾਹੂਕਾਰ ਤੂੰ ਦਾਨ ਦੇਣ ਲੱਗਿਆ ਅੱਖਾਂ ਨੀਵੀਆਂ ਕਰ ਲੈਣਾ, ਸਿਰ ਝੁਕਾ ਲੈਣਾ। ਜਿਹਨੂੰ ਦਾਨ ਦਿੰਨਾ ਉਹਦੇ ਨਾਲ ਅੱਖਾਂ ਨਹੀਂ ਮਿਲਾਉਂਦਾ, ਹੱਥ ਉੱਚਾ ਕਰਕੇ ਦਾਨ ਦਿੰਨਾ ਤੇ ਅੱਖਾਂ ਨੀਵੀਆਂ ਕਰ ਲੈਣਾ। ਕਿਉਂ? ਉਹ ਸ਼ਾਹੂਕਾਰ ਨੇ ਜਵਾਬ ਪਤਾ ਕੀ ਦਿੱਤਾ? ਉਹ ਕਹਿੰਦਾ ਦਾਨ ਦੇਣ ਲੱਗਿਆ ਮੈਨੂੰ ਸ਼ਰਮ ਆਉਂਦੀ ਹੈ। ਤੇ ਪੁੱਛਣ ਵਾਲੇ ਨੇ ਕਿਹਾ ਦਾਨ ਦੇਣ ਵਿੱਚ ਕਾਹਦੀ ਸ਼ਰਮ ਹੈ? ਮੰਗਣ ਵਿੱਚ ਤਾਂ ਸ਼ਰਮ ਹੋ ਸਕਦੀ ਹੈ, ਵੇ ਕੋਈ ਲੈਣ ਆਇਆ ਉਹਨੂੰ ਸ਼ਰਮ ਆਉਂਦੀ ਹੈ, ਦਾਨ ਦੇਣ ਵਿੱਚ ਕਾਹਦੀ ਸ਼ਰਮ ਹੈ? ਦਾਨ ਦੇਣ ਵਾਲਾ ਤਾਂ ਮਾਣ ਚ ਦਿੰਦਾ, ਉਹਨੂੰ ਤਾਂ ਮਾਣ ਹੰਕਾਰ ਹੁੰਦਾ ਹੈ। ਦਾਨ ਦੇਣ ਵਿੱਚ ਸ਼ਰਮ ਕਾਹਦੀ? ਉਹ ਕਹਿੰਦਾ ਸ਼ਰਮ ਕਾਹਦੀ ਆਉਂਦੀ ਹੈ? ਇਹ ਵੀ ਸੁਣ ਲਾ ਭਾਈ, ਮੈਂ ਅੱਖਾਂ ਕਿਉਂ ਝੁਕਾ ਲੈਣਾ? ਮੈਨੂੰ ਦਾਨ ਦੇਣ ਲੱਗਿਆ ਸ਼ਰਮ ਆਉਂਦੀ ਹੈ। ਭਾਈ ਵੀਰ ਸਿੰਘ ਹੋਰਾਂ ਰਵਾਈ ਲਿਖੀ, ਕਹਿੰਦੇ ਸ਼ਾਹੂਕਾਰ ਨੂੰ ਕਿਸੇ ਨੇ ਪੁੱਛਿਆ, ਪੁੱਛੇ ਕਹਾਂ ਨਵਾਬ ਜੋ, ਐ ਨਵਾਬ ਜੀ, ਸ਼ਾਹੂਕਾਰ ਜੀ, ਦੇਣੀ ਐਸੀ ਦੇਣ ਜਿਉਂ ਜਿਉਂ ਕਰ ਉੱਚੇ ਉੱਠੇ ਤਿਉਂ ਤਿਉਂ ਨੀਚੇ ਨੈਣ। ਹੱਥ ਉੱਚੇ ਕਰਕੇ ਦਾਨ ਦਿੰਦੇ ਹੋ, ਅੱਖਾਂ ਨੀਵੀਆਂ ਕਰ ਲੈਂਦੇ ਹੋ। ਕਿਉਂ? ਉਹ ਕਹਿੰਦਾ ਸ਼ਰਮ ਆਉਂਦੀ ਹੈ। ਕਿਹੜੀ ਗੱਲੋਂ? ਕਹਿੰਦਾ ਸ਼ਰਮ ਇਸ ਲਈ ਆਉਂਦੀ ਹੈ, ਦੇਣ ਵਾਲਾ ਕੋਈ ਹੋਰ ਹੈ, ਲੋਕੀ ਮੈਨੂੰ ਦਾਨੀ ਸਮਝ ਲੈਂਦੇ ਨੇ ਤਾਂ ਮੈਨੂੰ ਸ਼ਰਮ ਆਉਂਦੀ ਹੈ। ਦੇਣ ਵਾਲਾ ਕੋਈ ਹੋਰ ਹੈ, ਜੇ ਉਹ ਮੈਨੂੰ ਨਾ ਦਵੇ ਮੈਂ ਕਿੱਥੋਂ ਦਾਨ ਦੇ ਲੈਣਾ? ਜੇ ਉਹ ਮੈਨੂੰ ਨਾ ਦਵੇ ਮੈਂ ਕਿੱਥੋਂ ਦਾਨ ਦੇਣਾ? ਇਸ ਲਈ ਸਾਧ ਸੰਗਤ, ਦੇਣ ਵਾਲਾ ਕੋਈ ਹੋਰ ਹੈ, ਜਦੋਂ ਇਹ ਸਮਝ ਆ ਜਾਏ ਤੁਸੀਂ ਦਾਨ ਦੇ ਕੇ ਮਾਣ ਨਹੀਂ ਕਰੋਗੇ। ਉਹ ਸ਼ਾਹੂਕਾਰ ਬੋਲਿਆ, ਕਹਿੰਦਾ ਦੇਣਹਾਰ ਕੋਈ ਔਰ ਹੈ, ਜੋ ਦਿੱਤਾ ਹੈ ਦਿਨ ਰੈਣ। ਲੋਕ ਭਰਮ ਮੁਝ ਪਰ ਕਰੇ ਤਾਂ ਤੇ ਨੀਚੇ ਨੈਣ। ਕਹਿੰਦੇ ਲੋਕ ਮੈਨੂੰ ਦਾਨੀ ਸਮਝ ਲੈਂਦੇ ਨੇ, ਇਸ ਲਈ ਮੇਰੀਆਂ ਅੱਖਾਂ ਸ਼ਰਮ ਨਾਲ ਝੁਕ ਜਾਂਦੀਆਂ ਨੇ। ਤਾਈਓ ਗੁਰੂ ਦਾ ਸਿੱਖ ਯਾਦ ਰੱਖਦਾ ਕਿ ਦੱਦਾ ਦਾਤਾ ਇੱਕ ਹੈ। ਪੜੋ ਦੱਦਾ ਦਾਤਾ
सबको देवनहार, दिंदे टोट न आवई, अगणत बरे भंडार। ये है गुरु दी मत। वो दान देन लग्या, सेवा करन लग्या मान नहीं करता कि मैं कीता, हर कर्म विच कहंदा गुर प्रसाद। बाबा कबीर साहब ने रब बारे ये गल कहन लग्या कि हुण मैं ते रब एक हो गए, मेरे विच ते रब विच भेद नहीं है। इस तो पहला सिक्खी इत्थों शुरू हुई, रब नूं अरदास करके कहंदे तू मेरो मेर पर्वत स्वामी, ओट गई मैं तेरी। रब जी तू मेरे लिए सुमेर पर्वत है, मैं तेरी ओट लैण वाला। जिवें सुमेर पर्वत की शरण च कोई खड़ जाए तो बाकी तो बिल्डिंगां झक्खड़ नाल हिल सकदियां ने, पर्वत नहीं हिलदा। तू मेरो मेर पर्वत स्वामी, ओट गई मैं तेरी। ना तुम डोलो ना हम गिरते, रख लीनी हर मेरी। पहला रब नूं समर्पण होए। रब जी ना सुमेर पर्वत की तरह तू डोल सकदा ते ना फिर तेरी शरण आया नूं कोई डर है। जेड़ा तेरी शरण विच आ जाए, मैं तेरी शरण विच आया, अपने आप नूं निमाणा रख के सेवा की, अपने आप नूं निमरता विच लिया के रब नूं पेंट होए। जदों रब दे अगे साध संगत इन्नी निमरता विच पहला शरण लई, ये गल सच है। वो सहजे सहजे फिर रब होण लग पैंदे ने, रब उन्हां दे विच वरतण लग पैंदा। ਉਹਦੇ ਵਿੱਚ ਤੇ ਰੱਬ ਵਿੱਚ ਭੇਦ ਨਹੀਂ ਰਹਿੰਦਾ, ਪਰ ਉਸ ਤੋਂ ਪਹਿਲਾਂ ਰੱਬ ਦੇ ਅੱਗੇ ਅਥਾਹ ਨਿਮਰਤਾ ਨਾਲ ਕਹਿੰਦੇ ਨੇ ਕਿ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਪਹਿਲਾਂ ਨਿਮਰਤਾ 'ਚ ਕਹਿੰਦੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਪੜੋ ਜੋ ਕਿਛ ਹੈ ਸੋ तेरा, तेरा तुझको सौंपते क्या लागे मेरा। पहला रब नाल इन्नी निमरता विच नेड़े होए, क्योंकि सिक्खी दी निशानी है धरती पैरां हेठ है, धरती हेठ वसंदा पानी। पानी धरती ते डोल के वेखो नीवें पासे नूं जांदा है। धरती पैरां हेठ है, धरती हेठ वसंदा पानी। पानी चले निमाणो, निर्मल शीतल शुद्ध प्राणी। बहु रंगी एक रंग होए, सबना अंदर इको जानी। तपदा परोपकार नो, ठंडे परोपकार बिहानी। गुर सिक्खी दी ये निशानी। जिन्नी कोई निमरता विच झुक जाए, उन्ना ही वो रब नूं पा लैंदा है। जिन्नी निर्माणता विच कोई चला जाए, उन्ना ही वो रब विच भेद हो जाता है। मैं कल भी दरबार साहब तो बेनती कही, श्री गुरु नानक देव महाराज जी ने सचखंड तो रब की दरगाह तो सब तो कीमती चीज़ मंगी, ते रब ने कहा धरती नूं वरताउणी है, धरती दे लोकां नूं वंडना है। जाओ सब तो उत्तम अमृत नौ नित नाम है, नाम वंडो। श्री गुरु नानक साहब महाराज ने कहा जी एक चीज़ होर दे दिओ। वो की है? नौ नित अमृत नाम ते मंग लिया, पर वो भी चीज़ दिओ ना जिहदे विच नाम टिकदा है। नाम लैण नाल की हुंदा? बहुत लोगों ने नाम भजन लिया होया जी, मैं भी नाम भजन लिया, मैं भी नाम भजन लिया। लैण नाल की हुंदा? नाम टिकण वाली चीज़ भी चाहिए है। पुछया श्री गुरु नानक साहब महाराज तो, रब पुछदा नाम टिकण वाली चीज़, ते कहंदे धन गुरु नानक साहब महाराज ने। भाई गुरदास जी लिखदे नौ नित अमृत नाम भी लियांदा वंडण लई। नाम जिथे टिकना वो निमरता गरीबी भी लियांदी। निमरता गरीबी संतोख जिहदे विच सतगुरु टिकदा है, जिहदे विच सतगुर दा नाम टिकदा है, वो भी चाहिए। बाबा पैंदा सचखंड, नौ नित नाम गरीबी पाई। जिथे अमृत नौ नित नाम लियांदा, उत्थे निमरता गरीबी भी लियांदी। क्योंकि निर्माणता तो बगैर, गरीबी तो बगैर नाम नहीं टिक सकता। साध संगत दो चीज़ां ने, एक बाहरी तौर पर शास्त्रां दा ज्ञान होना, दूजा ज्ञान तो उपर है ध्यान। ज्ञान तुहानूं गुरु तक लैके आउंदा है, और साध संगत ध्यान जिहड़ा है
ਜਦੋਂ ਗਿਆਨ ਤੋਂ ਬਾਅਦ ਧਿਆਨ ਦੀ ਕਲਾਸ ਸ਼ੁਰੂ ਹੁੰਦੀ ਹੈ, ਉੱਥੇ ਸਾਰਾ ਗਿਆਨ ਖਾਲੀ ਕਰਨਾ ਪੈਂਦਾ। ਪਹਿਲਾਂ ਬਾਬਾ ਕਬੀਰ ਸਾਹਿਬ ਨੇ ਕਿਹਾ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨ ਮਾਇਆ ਬਾਂਦੀ। ਦੋਏ ਚਿੱਤੇ ਕੀ ਦੋਏ ਥੂਨ ਗਰਾਨੀ, ਮੋਹ ਬਲੇਡਾ ਟੂਟਾ। ਤ੍ਰਿਸ਼ਨਾ ਸ਼ਾਨ ਭਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਗਿਆਨ ਚਾਹੀਦਾ, ਪਰ ਅਖੀਰ ਤੇ ਜਾ ਕੇ ਫਿਰ ਭਗਤ ਕਬੀਰ ਸਾਹਿਬ ਨੇ ਕੀ ਕਿਹਾ, ਦੁਰਮਤ ਭਾਂਡਾ ਫੂਟਾ। ਆਂਦੀ ਪਛ ਹੈ, ਮੀਂਹ ਹਨੇਰੀ ਤੋਂ ਬਾਅਦ ਜਦੋਂ ਬਹੁਤ ਝੱਖੜ ਹਨੇਰੀ ਆਇਆ, ਉਸ ਗਿਆਨ ਦੀ ਆਂਦੀ ਹਨੇਰੀ ਵਿੱਚ ਸਭ ਕੁਝ ਉੜ ਗਿਆ। ਉਸ ਤੋਂ ਬਾਅਦ ਹਨੇਰੀ ਤੋਂ ਬਾਅਦ ਸਕੂਨ ਕਦੋਂ ਆਉਂਦਾ? ਜਦੋਂ ਮੀਂਹ ਪੈਣ ਲੱਗ ਜਾਏ ਨਾਲ। ਜੇ ਮੀਂਹ ਨਾ ਪਵੇ ਫਿਰ ਚਾਰ ਛਪੇਰੇ ਮਿੱਟੀ ਮਿੱਟੀ ਨਜ਼ਰ ਆਉਂਦੀ ਹੈ। ਕਹਿੰਦੇ ਹਨੇਰੀ ਝੱਖੜ ਤੋਂ ਬਾਅਦ, ਗਿਆਨ ਤੋਂ ਬਾਅਦ ਉਹਦੀ ਕਿਰਪਾ ਦਾ, ਬਖਸ਼ਿਸ਼ ਦਾ, ਗੁਰਪ੍ਰਸਾਦ ਦਾ ਮੀਂਹ ਪਿਆ। ਜੇ ਇਕੱਲਾ ਗਿਆਨ ਹੁੰਦਾ ਸ਼ਾਇਦ ਚਾਰ ਛਪੇਰੇ ਧੂੜ ਹੀ ਧੂੜ ਨਜ਼ਰ ਆਉਂਦੀ। ਜਦੋਂ ਹਨੇਰੀ ਆਉਂਦੀ ਹੈ ਤੁਸੀਂ ਚਾਰੇ ਪਾਸੇ ਮਿੱਟੀ ਚੜੀ ਵੇਖਦੇ ਹੋ। ਜੇ ਉਸ ਤੋਂ ਬਾਅਦ ਮੀਂਹ ਪੈ ਜਾਏ, ਮਿੱਟੀ ਥੱਲੇ ਵਹਿ ਜਾਂਦੀ ਹੈ। ਹਵਾ ਹੀ ਠੰਡੀ ਉਦੋਂ ਹੁੰਦੀ ਹੈ ਜਦੋਂ ਬਾਰਿਸ਼ ਆ ਜਾਏ ਨਾਲ। ਜੇ ਮੀਂਹ ਨਾ ਪਵੇ ਹਵਾਵਾਂ ਠੰਡੀਆਂ ਨਹੀਂ ਹੁੰਦੀਆਂ। ਜੇ ਮੀਂਹ ਨਾ ਪਵੇ ਧਰਤੀ ਠੰਡੀ ਨਹੀਂ ਹੁੰਦੀ। ਕਹਿੰਦੇ ਹਿਰਦੇ ਦਾ ਤਲ ਠੰਡਾ ਹੀ ਉਦੋਂ ਹੁੰਦਾ ਜਦੋਂ ਗੁਰਪ੍ਰਸਾਦ ਵਰਤ ਜਾਏ। ਗੁਰਪ੍ਰਸਾਦ ਉਦੋਂ ਵਰਤਦਾ ਜਦੋਂ ਗਿਆਨ ਦੀ ਗੱਲ ਮੁੱਕ ਜਾਏ ਤੇ ਧਿਆਨ ਦੀ ਕਹਾਣੀ ਸ਼ੁਰੂ ਹੋ ਜਾਏ। ਫਿਰ ਕਹਿੰਦੇ ਆਂਦੀ ਪਛ ਹੈ। ਪਹਿਲਾਂ ਗਿਆਨ ਕੀ ਆਈ? ਆਂਦੀ। ਫਿਰ ਕਿਹਾ ਭਗਤ ਕਬੀਰ ਸਾਹਿਬ ਨੇ, ਕਹਿੰਦੇ ਆਂਦੀ ਪਛ ਹੈ, ਹਨੇਰੀ ਤੋਂ ਬਾਅਦ। ਜੋ ਜਲ ਵਰਖ ਹੈ ਤੇ ਤੇਰਾ ਜਨ ਭੀਨਾ, ਉਸ ਜਲ ਨਾਲ, ਉਸ ਮੀਂਹ ਨਾਲ ਭਿੱਜ ਗਿਆ ਤੇਰਾ ਜਨ। ਉਸ ਤੋਂ ਬਾਅਦ ਉਦੈ ਭਾਨ ਜਬ ਚੀਨਾ, ਜਿਹੜਾ ਹਨੇਰੀ ਝੱਖੜ ਵਿੱਚ ਸੂਰਜ ਲੁਕਿਆ ਹੋਇਆ ਸੀ ਮਿੱਟੀ ਵਿੱਚ, ਬਾਰਿਸ਼ ਤੋਂ ਬਾਅਦ ਉਹਦੀ ਵੀ ਰੋਸ਼ਨੀ ਸਿੱਧੀ ਪੈਣ ਲੱਗ ਪਈ। ਉਹਦੇ ਨਾਲ ਫਿਰ ਚੀਜ਼ਾਂ ਚਮਕਣ ਲੱਗ ਪਈ। ਏਦਾਂ ਸਾਧ ਸੰਗਤ ਗਿਆਨ ਵੀ ਚਾਹੀਦਾ, ਪਰ ਗਿਆਨ ਤੋਂ ਬਾਅਦ ਫਿਰ ਧਿਆਨ ਦੀ ਗੱਲ ਸ਼ੁਰੂ ਹੁੰਦੀ ਹੈ, ਜਿੱਥੇ ਜਾ ਕੇ ਫਿਰ ਰੱਬ ਦੂਰ ਨਹੀਂ, ਰੱਬ ਨੇੜੇ ਆ ਜਾਂਦਾ ਹੈ। ਗਿਆਨ ਕਹਿੰਦਾ ਸ਼ਾਸਤਰ ਪੜ੍ਹ, ਗਿਆਨ ਪੜ੍ਹ, ਫਲਾਨੀ ਜਗ੍ਹਾ ਤੇ ਜਾ, ਸੇਵਾ ਕਰ। ਗਿਆਨ ਤੋਂ ਬਾਅਦ ਜਦੋਂ ਧਿਆਨ ਦੀ ਅਵਸਥਾ ਆਉਂਦੀ ਹੈ, ਰੱਬ ਅੰਦਰ ਹੀ ਦਿਸਣ ਲੱਗ ਪੈਂਦਾ। ਅੱਜ ਮੈਂ ਸਵੇਰੇ ਹੀ ਦਰਬਾਰ ਸਾਹਿਬ ਤੋਂ ਇਹ ਕਥਾ ਕਹੀ। ਭਗਤ ਕਬੀਰ ਸਾਹਿਬ ਕਹਿੰਦੇ, ਮੈਂ ਹੱਜ ਕਰਨ ਜਾਂਦਾ ਰਿਹਾ, ਵਾਰ-ਵਾਰ ਕੀਤਾ, ਖੁਦਾ ਦੇ ਘਰ ਹੱਜ ਕਰਨ ਕਾਬੇ ਜਾਂਦਾ ਰਿਹਾ। ਇੱਕ ਦਿਨ ਰੱਬ ਨਾਲ ਰੋਸ ਕੀਤਾ, ਮੈਂ ਇੰਨਾ ਕੰਮ ਕਾਰ ਛੱਡ ਕੇ ਦੁਨੀਆ ਦੇ ਤਾਨੇ ਮਿਹਣੇ ਸੁਣਦਾ, ਹੱਜ ਕਰਨ ਜਾਂਦਾ, ਇਹ ਸਾਈਂ, ਇਹ ਖੁਦਾ, ਇਹ ਰੱਬ, ਮੇਰੇ ਵਿੱਚ ਦੋਸ਼ ਕੀ ਹੈ? ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦੇ? ਜੇ ਮੈਂ ਹੱਜ ਕਰਨ ਅੱਲਾਹ ਤਾਲਾ ਕਾਬੇ ਜਾਂਦਾ, ਕੰਮ ਕਾਰ ਛੱਡਦਾ, ਹੱਜ ਗੁਜ਼ਾਰਦਾ, ਤੇ ਮੈਨੂੰ ਦਰਸ਼ਨ ਨਹੀਂ ਦੇ ਰਹੇ, ਦੱਸੋ ਮੇਰੇ ਵਿੱਚ ਕਮੀ ਕੀ ਹੈ, ਮੇਰੇ ਵਿੱਚ ਘਾਟ ਕੀ ਹੈ? ਅਗਲੇ ਸ਼ਲੋਕ ਵਿੱਚ ਫਿਰ ਉਹਨਾਂ ਬਚਨ ਕਿਹਾ, ਕਹਿੰਦੇ ਰੱਬ ਫਿਰ ਲੜ ਪਿਆ ਮੇਰੇ ਨਾਲ। ਖੁਦਾ ਮਿਲਿਆ ਇੱਕ ਦਿਨ, ਉਹ ਖੁਦਾ ਅੱਲਾਹ ਤਾਲਾ ਮੋਹਰਿਓਂ ਲੜ ਪਿਆ। ਉਹ ਕਹਿੰਦੇ, ਕਬੀਰ ਤੈਨੂੰ ਕਿਹਨੇ ਫਰਮਾਇਆ ਕਿ ਕੰਮ ਕਾਰ ਛੱਡ ਕੇ ਹੱਜ ਗੁਜ਼ਾਰਨ ਕਾਬੇ ਜਾ? ਓਏ ਮੈਂ ਕਾਬੇ ਵਿੱਚ ਨਹੀਂ ਕੱਲਾ ਰਹਿੰਦਾ, ਮੈਂ ਤਾਂ ਕੱਲੇ ਕੱਲੇ ਹਿਰਦੇ 'ਚ ਰਹਿਣਾ। ਤੂੰ ਘਰ ਬਹਿ ਕੇ ਚਿੱਤੇ ਕਰ, ਤੇਰੇ ਦਿਲ ਵਿੱਚੋਂ ਹੀ ਮੈਂ ਮਿਲ ਪੈਣਾ, ਮੈਂ ਬਾਹਰ ਥੋੜੀ ਹਾਂ। ਸ਼ਬਦ ਉਹਨਾਂ ਕਿਹਾ, ਕਹਿੰਦੇ ਕਬੀਰ ਹੱਜ ਕਾਬੇ ਹੋਏ ਹੋਏ ਗਿਆ। ਕਿੰਨੀ ਵਾਰ? ਕਿਤਨੀ ਵਾਰ ਕਬੀਰ, ਸਾਈਂ ਮੁਝ ਮੈਂ ਕਿਆ ਖਤਾ, ਮੁਖ ਹੋ ਨਾ ਬੋਲੇ ਪੀਰ। ਦੱਸੋ ਖਤਾ ਕੀ ਹੈ, ਕਮੀ ਕੀ ਹੈ, ਕਿਉਂ ਨਹੀਂ ਬੋਲਦੇ, ਮੈਨੂੰ ਦਰਸ਼ਨ ਕਿਉਂ ਨਹੀਂ ਦਿੰਦੇ? ਹੁਣ ਖੁਦਾ ਲੜ ਪਿਆ। ਫਿਰ ਕਹਿੰਦੇ ਹਜ ਕਾਬੇ ਹੋ ਜਾਏ ਥਾ, ਕਬੀਰ ਹਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ, ਸਾਈਂ ਮੁਝ ਸਿਉ ਲਰ ਪਰਿਆ, ਤੁਝੇ ਕਿਨ ਫਰਮਾਈ ਗਾਏ। ਤੈਨੂੰ ਕਿਨੇ ਕਿਹਾ ਕਿ ਰੱਬ ਮੱਕੇ ਵਿੱਚ ਰਹਿੰਦਾ, ਕਾਬੇ ਵਿੱਚ ਰਹਿੰਦਾ? ਉਹ ਤਾਂ ਹਿਰਦੇ ਵਿੱਚ ਰਹਿੰਦਾ। ਤੂੰ ਯਾਦ ਤਾਂ ਕਰ ਸਤਨਾਮ ਸ੍ਰੀ, ਉਹ ਤਾਂ ਅੰਦਰ ਹੀ ਰਹਿੰਦਾ। ਜਦੋਂ ਫਿਰ ਇਹ ਅਭਿਆਸ ਸ਼ੁਰੂ ਕੀਤਾ ਵੀ ਉਹਨੂੰ ਅੰਦਰੋਂ ਪਾਉਣਾ,
फिर बाबा कबीर साहब कहते जब लग धागा वाहों बेही तब लग विसरे राम सने। वो तो इन्ना अंदर सी, हुण तो मैं एक श्वास रोक के मूँह नाल धागा तिखा करके भी वही च पाउना तां भी मेरा उहदे नालों टुटदा, इन्ना स्नेह लग गया। जब लग धागा वाहों वेही तब लग विसरे राम स्नेही। इन्ना रब नाल फिर स्नेह पै गया। फिर कुल दुनिया नूं ये गल कही, कोई कहंदा दखण विच हरी है, कोई कहंदा पच्छम विच अल्लाह है। एक चीज़ होर ध्यान नाल सुनियो, गुरु ग्रंथ साहिब जी की बाणी विच किसे दी निंदिया नहीं है, ना किसे दे तीर्थां की निंदिया कीती है। जिथे पातशाह ने खंडन किया उत्थे तीर्थ नूं माड़ा नहीं कहा, जान वाले बंदे दी नीयत विच कहा भी तेरी नीयत शुद्ध नहीं है, तैनों तरीका गलत है, तू कम ही गलत कर रहे हैं। गंगा ते जान वाले उन्नी देर गंगा ते जा, तेरा हिरदा मन दिल गंगा दे जल वर्गा पवित्र हो जाए। ते जे दिल विच कपट है फिर वो गंगा ते जान नाल की हुंदा है, इदां तो उस पानी में डड्डू मछियां रहिंदियां ने, फिर तो भी मुक्त हो जाणगियां, नहाण नाल थोड़ी होना। उत्थे जाके हिरदे दी मैल उतर जाए, नहीं तो जल के मज्जन जे गत होवे नित नित मेंढुक नहावे, जैसे मेंढुक तैसे ओए नर फिर जोनी आवे। जे आपां किसे दे तीर्थ नूं माड़ा कवांगे ना भी जी गंगा ते नहाउणा पखंड है, उत्थे जाना पखंड है, किसे हिंदुआं नूं कवांगे माफ करियो वो तुहानूं भी कहणगे भी तुसीं अमृतसर सरोवर क्यों नहाउंदे हो जाके। साडे गुरु ने इशनान करन लई कहा, नाल ये भी कहा फिर डड्डू मच्छियां मुक्त हो जाणगियां जे कल्ला नहाउण नाल मुक्त होना सी। महाराज फिर नहाउणा किवें है? फिर साडे पातशाह ने सानू नहाउण दी जुगत दसी, कहंदे कर इशनान सिमर प्रभ अपना, पढ़ो कर इशनान सिमर प्रभ अपना। की होएगा? मन तन भै अरोगा, नाल सिमरन करी रब दा। ते मैनू माफ करियो उत्थे हुण लिख के लाउणा पिया दरबार साहब, सेवादार खड़े करने पे, किहड़ी गल्लों? असीं जांदियां पहला कम परकर्मा उतरदियां पता की करीदा, हरमंदर साहब वाल पिठ करके पहला सैल्फी खिंच के पाउंदे लोग। मैं पहुंच गया जी दरबार साहब, उत्थे परकर्मा में पहला हरमंदर साहब की सैल्फी, पहला इशनान करन लग्या फोटो। भाई ये तरीका नहीं है। फिर वो इसे तरह इशनान है, तुसी सैकड़े मील जाके नहा के आ गए हो, फिर गुरु ने उहियो तीर्थ किया जिन्हों जल के मज्जन जे गत होवे गया, फिर वो साडे ते लागू है। परकर्मा विच उतरदे तुहाडी सुरत संकीर्ण हो जानी चाहिए, तुहानूं संसार की दुनिया गल्लां भुल जानियां चाहिए ने। फोटो खिंच के विखाउणी किहनूं है? किहनूं पाउणा चाहुंदे हो? मैं दरबार साहब पहुंच गया। ये अरदास करो, हे गुरु रामदास महाराज साडी सुरती दी फोटो दी हाजरी तुहाडे चरनां च लग जाए। शरीर का की है, किहनूं विखाउणा? असीं गए उत्थे। पातशाह कहते जे तू कुछ चाहुंदा इशनान माड़ा नहीं, पर करन लग्या याद रखी कर इशनान सिमर प्रभ अपना, मन तन भै अरोगा। कोट बिघन लाथे प्रभ शरणा, प्रगटे भले संजोगा। जे ये कुछ ना किया तब फिर की होना? नहावन चले तीर थी मन खोटे तन चोर, एक पल थी नहाते दोए बाजड़ियस होर। तां फिर भगत कबीर साहब ने कहा, कोई कहंदा दखण देश हरि का वासा, हिंदू कहंदे ने, कोई कहंदा पच्छम लै मुकामा, मुसलमान पच्छम विच काबे च अल्लाह कहंदे ने। कहते मैनू हुण पता कित्थों मिल गया, मैनू काबे जाण की लोड़ नहीं, मैनू किसी होर जगह ते जाण की जरूरत नहीं। वो जगह की निंदिया नहीं की, पर नाल क्या दिल में खोज दिले दिल खोजो। ए काबे मक्के युद्धया जाण वालिया, ए गंगा दे तट ते जाण वालिया, अंदर दे दिल नू खोजो, रब तां अंदर ही बैठा। दिल में खोज दिले दिल खोजो, यही ठौर मुकम्मा। रब दा पक्का ठिकाना तेरे दिल विच है, ओनू दिल विचों खोज। रब किते बाहर नहीं, वो तेरे हिरदे विच ही है।
ਹੁਣ ਉਹਨੂੰ ਖੋਜਣ ਵਾਸਤੇ ਫਿਰ ਕੀ ਕਰੀਏ ਜੀ? ਭਗਤ ਕਬੀਰ ਸਾਹਿਬ ਨੇ ਕਿਹਾ ਉਹਨਾਂ ਕੋਲ ਬੈਠ ਜਿਨ੍ਹਾਂ ਨੇ ਖੋਜ ਕੀਤੀ ਹੈ। ਕਿਉਂਕਿ ਦੇਖੋ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜਿਹੜੇ ਸਬਜੈਕਟ ਵਿੱਚ ਬੱਚੇ ਨੇ ਪਾਸ ਹੋਣਾ ਹੋਵੇ ਉਸੇ ਸਬਜੈਕਟ ਦਾ ਟੀਚਰ ਉਹਨੂੰ ਰੱਖਣਾ ਪੈਂਦਾ ਟਿਊਸ਼ਨ ਲਈ। ਜਿਹੜੇ ਬੱਚੇ ਯੂਨੀਵਰਸਿਟੀ ਵਿੱਚ PhD ਕਰਦੇ ਨੇ ਉਹਨਾਂ ਨੂੰ ਉਸੇ ਸਬਜੈਕਟ ਦੇ ਜਿਹਦੇ ਉੱਤੇ PhD ਕਰ ਰਹੇ ਨੇ ਉਸੇ ਸਬਜੈਕਟ ਦਾ ਪ੍ਰੋਫੈਸਰ ਜਿਹੜਾ ਉਹ ਨਾਲ ਐਡ ਕਰਨਾ ਪੈਂਦਾ। ਜੇ ਉਹ ਸਬਜੈਕਟ ਦਾ ਪ੍ਰੋਫੈਸਰ ਨਹੀਂ ਉਹਨੂੰ ਐਡਮਿਸ਼ਨ ਨਹੀਂ ਮਿਲੇਗੀ। ਇਦਾਂ ਪਾਤਸ਼ਾਹ ਨੇ ਕਿਹਾ ਰੱਬ ਬਾਰੇ ਕੋਈ ਖੋਜ ਕਰਨੀ ਹੈ, ਫਿਰ ਜੇ ਤੂੰ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਤੱਕ ਪਹੁੰਚਣਾ ਹੈ, ਫਿਰ ਖੋਜੀਆਂ ਦੀ ਸੰਗਤ ਕਰ, ਜਪਣ ਵਾਲਿਆਂ ਕੋਲ ਬੈਠ, ਜਿਹਨੀ ਰੱਬ ਦੀ ਖੋਜ ਕੀਤੀ ਉਹਨਾਂ ਦੀ ਸੰਗਤ ਕਰ। ਜੇ ਤੇਰੇ ਕੋਲ ਵੱਧਾ ਵਕਤ ਨਹੀਂ, ਇੱਕ ਘੜੀ 24 ਮਿੰਟ ਬਹਿ ਲਿਆ ਕਰ, 24 ਘੰਟਿਆਂ ਚੋਂ 24 ਮਿੰਟ। ਫਿਰ ਭਗਤ ਕਬੀਰ ਸਾਹਿਬ ਕਹਿੰਦੇ 24 ਮਿੰਟ ਨਹੀਂ, ਚੱਲ ਅੱਧੀ ਘੜੀ 12 ਮਿੰਟ ਹੀ ਬਹਿ ਲਿਆ ਕਰ। 12 ਮਿੰਟ ਵੀ ਤੇਰੇ ਕੋਲ ਨਹੀਂ, ਇਤੋਂ ਸੌਖੀ ਤਾਂ ਹੁਣ ਭਗਤੀ ਹੋ ਨਹੀਂ ਨਾ ਸਕਦੀ। ਫਿਰ ਇਤੋਂ ਉੱਪਰ ਤਾਂ ਫਿਰ ਆਲਸ ਹੀ ਹੈ ਨਾ, ਫਿਰ ਤਾਂ ਕਿਸਮਤ ਮਾੜੀ ਹੈ। ਕਹਿੰਦੇ 24 ਮਿੰਟ ਨਹੀਂ, ਅੱਧੀ ਘੜੀ 12 ਮਿੰਟ, ਅੱਧੀ ਘੜੀ ਨਹੀਂ, ਚੱਲ ਅੱਧੀ ਤੋਂ ਅੱਧੀ 6 ਮਿੰਟ। ਕਦੇ 24 ਘੰਟਿਆਂ ਚੋਂ 6 ਮਿੰਟ ਵੀ ਰੱਬ ਦੀਆਂ ਬਾਤਾਂ ਕਰ ਲਾ, ਤੈਨੂੰ ਤਾਂ ਵੀ ਘਾਟਾ ਨਹੀਂ ਪੈਣਾ। ਤੇ ਤੁਸੀਂ ਮੈਨੂੰ ਮਾਫ ਕਰਿਓ, ਵਿਚਾਰ ਕਰਕੇ ਵੇਖਿਓ ਆ ਭਾਗਾਂ ਵਾਲਾ ਸਮਾਂ ਪਤਾ ਕਿਉਂ ਕਹਿ ਰਹੇ ਇੱਥੇ ਬੈਠੇ ਆਪਾਂ? ਕਿਉਂਕਿ ਸਵੇਰੇ ਮੈਂ ਕੱਲ ਦਰਬਾਰ ਸਾਹਿਬ ਤੋਂ ਵੀ ਕਿਹਾ, ਲੇਟ ਤੋਂ ਲੇਟ ਬੰਦਾ ਸਵੇਰੇ ਕਿੰਨੇ ਵਜੇ ਉੱਠਿਆ ਹੋਊਗਾ? ਜੇ ਲੇਟ ਤੋਂ ਲੇਟ ਉੱਠਦੇ ਆਪਾਂ ਗ੍ਰਸਤੀ ਬੰਦੇ 6 ਵਜੇ ਉੱਠੇ ਹੋਵੋਗੇ, ਲੇਟ ਤੋਂ ਲੇਟ 6 ਵਜੇ ਤੋਂ ਲੈ ਕੇ ਹੁਣ ਵਕਤ ਤੁਸੀਂ ਵੇਖ ਲਓ 1 ਵੱਜ ਗਿਆ, 7 ਘੰਟੇ ਜਾਗਿਆਂ ਹੋ ਗਏ। ਇਮਾਨਦਾਰੀ ਨਾਲ ਦਿਲ ਤੇ ਹੱਥ ਰੱਖ ਕੇ ਸੋਚਿਓ, 7 ਘੰਟਿਆਂ ਵਿੱਚ 7 ਵਾਰ ਵੀ ਵਾਹਿਗੁਰੂ ਕਿਹਾ? ਕਈਆਂ ਕੋਲੋਂ 7 ਵਾਰ ਵੀ ਵਾਹਿਗੁਰੂ ਨਹੀਂ ਕਹਿ ਹੁੰਦਾ। 6 ਵਜੇ ਉੱਠਦੇ ਹੋ, ਰਾਤੀ 10 ਵਜੇ ਸੌਂਦੇ ਹੋ, 16 ਘੰਟੇ ਜਾਗਦੇ ਆਪਾਂ। 16 ਘੰਟਿਆਂ 'ਚ ਦਿਨ ਵਿੱਚ ਯਾਦ ਕਰਿਓ ਕਦੇ 16 ਵਾਰ ਵੀ ਵਾਹਿਗੁਰੂ ਕਹਿ ਹੁੰਦਾ? ਕਈ ਵਾਰ ਨਹੀਂ ਕਹਿ ਹੁੰਦਾ। 16 ਵਾਰ ਵੀ ਨਹੀਂ ਵਾਹਿਗੁਰੂ ਕਹਿੰਦੇ, ਫਿਰ ਘਾਟਾ ਨਹੀਂ ਤਾਂ ਹੋਰ ਕੀ ਹੈ? ਭਗਤ ਕਬੀਰ ਸਾਹਿਬ ਕਹਿੰਦੇ ਇਤੋਂ ਅੱਗੇ ਤੈਨੂੰ ਛੋਟ ਨਹੀਂ ਦਿੱਤੀ ਜਾ ਸਕਦੀ। 24 ਘੰਟਿਆਂ 'ਚ 24 ਮਿੰਟ ਕਬੀਰ ਏਕ ਘੜੀ, ਚੱਲ 12 ਮਿੰਟ, ਆधी ਘੜੀ, ਚੱਲ ਹੋਰ ਛੋਟ ਇਤੋਂ ਵੱਧ ਨਹੀਂ ਹੁਣ ਦਿੱਤੀ ਜਾ ਸਕਦੀ। ਆधी ਹੂੰ ਤੇ ਆਦ 6 ਮਿੰਟ, ਭਗਤਨ ਸੇਤੀ ਗੋਸਟੇ ਜੋ ਕਿਨੋ ਸੋ ਲਾਵ। 24 ਘੰਟਿਆਂ ਚੋਂ 6 ਮਿੰਟ ਕੱਢ ਕੇ ਤਾਂ ਗੁਰੂ ਦੀ ਗੱਲ ਕਰ ਲਈ, ਜਪ ਲਈ ਸਤਨਾਮ ਸ੍ਰੀ ਵਾਹਿਗੁਰੂ। ਕਿਤੇ ਤੇਰਾ ਦਿਲ ਸ਼ੁੱਧ ਹੋ ਜਾਏ, ਦਿਲ ਵਿੱਚੋਂ ਹੀ ਉਹਨੇ ਮਿਲਣਾ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕੰਮਾ। ਦਿਲ ਦੀ ਬੜੀ ਅਹਿਮੀਅਤ ਹੈ। ਮੈਡੀਕਲ ਸਾਇੰਸ ਮੰਨਦੀ ਹੈ ਵੀ ਸਰੀਰ 'ਚ ਦਿਲ ਚੱਲਦਾ ਤਾਂ ਬੰਦਾ ਜਿਉਂਦਾ ਹੈ, ਦਿਲ ਰੁਕ ਜਾਏ ਤਾਂ ਬੰਦਾ ਮਰ ਜਾਂਦਾ ਹੈ। ਸਮਾਜ ਵਿੱਚ ਦਿਲ ਦੀ ਬੜੀ ਅਹਿਮੀਅਤ ਹੈ। ਕੋਈ ਬੰਦਾ ਮਾੜਾ ਨਿਕਲ ਜਾ, ਕਿਸੇ ਨਾਲ ਧੋਖਾ ਕਰ ਲੈ, ਉਹਨੂੰ ਕੀ ਕਹਿੰਦੇ? ਬੰਦਾ ਦਿਲ ਦਾ ਬੜਾ ਮਾੜਾ ਨਿਕਲਿਆ। ਕੋਈ ਬੰਦਾ ਧਰਮ ਦਾ ਕੰਮ ਕਰੇ, ਸਮਾਜ ਵਿੱਚ ਲੋਕ ਕਹਿੰਦੇ ਉਹ ਬੰਦਾ ਦਿਲ ਦਾ ਬੜਾ ਚੰਗਾ ਜੀ। ਹਰ ਗੱਲ ਦਿਲ ਨਾਲ ਜੋੜੀ ਜਾਂਦੀ ਹੈ। ਦਿਲ ਦਾ ਬੜਾ ਬੇਈਮਾਨ ਹੈ, ਦਿਲ ਦਾ ਬੜਾ ਚੰਗਾ ਹੈ, ਉਹਨੇ ਮੇਰਾ ਦਿਲ ਤੋੜ ਦਿੱਤਾ, ਉਹਨੇ ਆਹ ਕੁਝ ਕਰ ਦਿੱਤਾ। ਸਮਾਜ ਵਿੱਚ ਦਿਲ ਦੀ ਅਹਿਮੀਅਤ। ਤੇ ਜਦੋਂ ਗੁਰੂ ਦੇ ਘਰ ਵਿੱਚ ਆਏ, ਇੱਥੇ ਤਾਂ ਸਭ ਤੋਂ ਵੱਡੀ ਅਹਿਮੀਅਤ ਹੈ। ਪਾਤਸ਼ਾਹ ਕਹਿੰਦੇ ਭਾਈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆਂ, ਜਿਨ ਮਨ ਹੋਰ ਮੁਖ ਹੋਰ, ਸੇ ਕੰਡੇ ਕੱਚਿਆਂ। ਭਗਤ ਕਬੀਰ ਸਾਹਿਬ ਕਹਿੰਦੇ ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕੰਮਾ। ਅੱਗੇ ਫਿਰ ਇੱਕ ਸ਼ਲੋਕ ਕਿਹਾ, ਕਹਿੰਦੇ ਸੇਖ ਸਬੂਰੀ ਵਾਹਰਾ ਕਿਆ ਹਜ ਕਾਬੇ ਜਾਏ, ਜਾਗੀ ਦਿਲ ਸਾਬਤ ਨਹੀਂ ਤਾਕੋ ਕਹਾਂ ਖੁਦਾਏ। ਦਿਲ ਸਾਬਤ, ਤੇਰਾ ਦਿਲ ਹੀ ਪੂਰਾ ਨਹੀਂ ਸੀ ਉਹ ਕੰਮ 'ਚ। ਜਿਹੜੇ ਕੰਮ 'ਚ ਦਿਲ ਪੂਰਾ ਨਾ ਹੋਵੇ ਉਹ ਕੰਮ ਤੁਸੀਂ ਸਿੱਖ ਨਹੀਂ ਸਕਦੇ। ਜਿਹੜੇ ਕੰਮ 'ਚ ਦਿਲ ਪੂਰਾ ਨਹੀਂ ਉਹ ਕੰਮ ਸਿੱਖਿਆ ਨਹੀਂ ਜਾਂਦਾ। ਏਦਾਂ ਸਾਧ ਸੰਗਤ ਮੈਂ ਸਵੇਰੇ ਵੀ ਬੇਨਤੀ ਦਰਬਾਰ ਸਾਹਿਬ ਤੋਂ ਕਹੀ, ਅੱਧਾ ਦਾਣਾ ਹੋਵੇ ਸਾਬਤਾ ਨਾ ਹੋਵੇ ਉੱਗਦਾ ਹੀ ਨਹੀਂ ਹੈ। ਅੱਧੀ ਦਾਲ ਦਾ ਦਾਣਾ ਬੀਜ ਦੇ ਉੱਗਦਾ ਹੀ ਨਹੀਂ ਹੈ। ਏਦਾਂ ਭਾਈ ਗੁਰਸਿੱਖੋ ਬਾਬਾ ਕਬੀਰ ਸਾਹਿਬ ਨੇ ਕਿਹਾ ਜਾਗੀ ਦਿਲ ਸਾਬਤ ਨਹੀਂ
तां को कहाँ खुदाए, दिल में खोज दिलै दिल खोजो। जदों इस मार्ग ते तुरोगे फिर एक चीज़ है, तुहाडी संसारियां नाल बननी हट जानी है, क्योंकि दिल साफ बंदियां नूं लोकी बहुता पसंद नहीं करते। वो कहते बंदा वो चाहिए जिहड़ा थोड़ा बहुता मूँह मलाजा झूठी उस्तत करे, मूँह ते पिठ पिछे भावें कह दे, मूँह ते तां कवे। झूठे बंदियां नूं, खुशामदी बंदियां नूं संसार में महान मिलता है। साध संगत बहुता दिल का साफ बंदा उन्होंने लोग पसंद नहीं करते, कि उन्हें मूँह ते बोल देना। जदों इस तरह संसार में चलने फिर तुहाडा तालमेल जोड़ सही नहीं बैठना। रिश्तेदार भी नाराज होने लग पैणगे, अपने भी थोड़े थोड़े दूरी बनाउणगे। इनू फिर साहब ने कहा भगतां ते संसारियां जोड़ कदे ना आया, सही जोड़ नहीं बहिंदा फिर, क्योंकि उन्हें बेईमान अपनियां नूं भी मूँह ते कह देना है। उन्हें कल्ला बगानियां नूं नहीं, माफ करियो साडा नाप तोल बगानियां ले होर है, अपनियां ले होर है। उन्हें अपने ते बगाने बराबर रखने ने, इसलिए भगतां ते संसारियां जोड़ कदे ना आया। लोकी फिर हो सकता है उन्होंने अगे पिछे कहण बंदा पागल है, इहदा की है, तो मूँह ते कह दिंदा, फिर तो अपने भी नाराज हो सकते। बाबा कबीर साहब ने लिखा, कहने जदों मैं इस मार्ग ते तुरया मेरे अपने कहन लग पे कबीर तो पागल हो गया। मेरी अपनी जन्म देने वाली मां कहन लग पई वो जुलायां दे बाकी लड़के कम करदे कमाउंदे घर बनाउंदे ने, नवीआं छन्ना बना लईआं ने, मेरा कबीर घर विच जोड़िया भी लोकां नूं खिलाई जांदा है। फिर तो जन्म देने वाली मां भी कहन लग पई इहदे नालों तो बाकी लोकां दे पुत्त मरदे, मेरा नहीं मरदा। किन्नी दुखी होएगी मां, क्योंकि भगतां ते संसारियां जोड़ कदे ना आया। रब दे मार्ग ते तुरोगे फिर ये गल क्यों, संसारी लोग उन्होंने प्यार करते जिन्हें कमाई ज्यादा करके लियावे। भगत कबीर साहब ने कहा दुनिया के लोग धन इकट्ठा कर लेंगे, पर मैं धन मां कोई होर इकट्ठा कर रहा है। आ इकट्ठा किया धन पुत पोतियां पड़ोतियां ते मुक जाता है, जेड़ा धन मैं जोड़न लगा वो सदियां तक दुनिया खाएगी, मुकेगा नहीं। वो धन केड़ा है? फिर भगत कबीर साहब कहते हमरा धन माधो गोविंद धरणी धर, यह सार धन कहिए, जो सुख प्रभु गोविंद की सेवा सो सुख राज न लहीए। दुखी किस गलों? मां कहती है कबीर तो गोष्ट ही करी जाता है। दो जने अजे बैठे गल्लां करते ने, उन्होंने चौल खिला के हटे आ, इन्ने नूं दो जने ओ तुरे आउंदे रस्ते में दो दरवाजे ते आके पुछदे कबीर घरे ही है। सारा दिन लोकां नाल गोष्टां करी जांदा है, पता नहीं बह के की लिखाई जांदा है, की करी जांदा है। चौल सानू खाने पैंदे, रोटियां उन्होंने खिला दिंदा है, रात कईयां नूं रख लैंदा है, मंजे उन्होंने लई ढहा दिंदा है, सानू कहंदा थल्ले सौ जाओ। फिर घर वाले औखे होणगे। भगत कबीर साहब ने पूरा शब्द लिखा, कहने की होया कि मूंड पलोस कमर बंद पोथी, पोथियां चक्कियां हुई ने, रब दे भगत आउंदे रहिंदे ने कबीर दे घर। एक दोए मंदिर एक दोए बाट, एक दो जने हजे घर च बैठे आ, दो जने रास्ते च आउंदे आ, वो भी पुछदे कबीर जी घरे ही आ। एक दोए मंदिर एक दोए बाट, हमको साथर उनको खाट। सत्थर विछा के सानू थले पैना पैंदा, खाट दा अर्थ हुंदा मंजी, कहंदे मंजे उन्होंने ढहा दिंदा। मूंड पलोस कमर बंद पोथी, हमको चावल उनको रोटी, रोटियां उन्होंने खिला दिंदा, सानू बाद च चौल खाने पैंदे ने। इदां तां एक कबीर करदा है। ये ठीक है, दुनिया ने उदों कहा लोग कहें कबीर बौरन्ना, पर सच्चाई ऐसी कबीर का मर्म राम पहचान। एक मैं तुहानू बेनती करा, जिहड़ी गल बाबा कबीर साहब ने कही वो बनारस की धरती तो लोग नहीं सी चाहते बाहर निकले। उस वक्त के कट्टड़ जात मानी ब्राह्मण ते मुसलमान वो नहीं सी चाहते कि शुद्र जुला कबीर इहदियां गल्लां बाहर लोकां तक जाण।
ਪਹਿਲਾਂ ਤਾਂ ਉਹ ਚਾਹੁੰਦੇ ਸੀ ਕਬੀਰ ਨੂੰ ਖਤਮ ਕਰ ਦਿੱਤਾ ਜਾਏ, ਤਾਈਓ ਤਾਂ ਸਿਕੰਦਰ ਲੋਧੀ ਕੋਲ ਸ਼ਿਕਾਇਤ ਕਰਕੇ ਹਾਥੀ ਮੂਹਰੇ ਸੁੱਟਿਆ। ਤਾਈਓ ਤਾਂ ਸ਼ਿਕਾਇਤ ਕਰਕੇ ਕਹਿੰਦੇ ਨੇ ਡੋਬ ਦਿਓ ਜਿਉਂਦੇ ਨੂੰ ਪਾਣੀ 'ਚ, ਜੰਜੀਰਾਂ ਨਾਲ ਬੰਨ ਕੇ ਡੋਬਣ ਦੀ ਕੋਸ਼ਿਸ਼ ਕੀਤੀ। ਪਰ ਫਿਰ ਕੀ ਹੋਇਆ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਉਹ ਨਹੀਂ ਸੀ ਚਾਹੁੰਦੇ ਬਨਾਰਸ ਤੋਂ ਗੱਲ ਬਾਹਰ ਜਾਵੇ। ਇੱਕ ਨੁਕਤਾ ਮੈਂ ਥੋੜੇ ਦਿਨ ਪਹਿਲਾਂ ਕਥਾ 'ਚ ਕਿਹਾ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਇਹ ਵੀ ਇੱਕ ਕਾਰਨ ਰਿਹਾ, ਉਹਨਾਂ ਭਗਤਾਂ ਦੀ ਬਾਣੀ ਚੁੱਕ ਕੇ ਉਸ ਦਰਜੇ ਉੱਤੇ ਨਿਸ਼ਚਿਤ ਕਰ ਦਿੱਤੀ ਜਿਹੜੀ ਰਹਿੰਦੀ ਦੁਨੀਆ ਤੱਕ ਜੁਗੋ ਜੁਗ ਅਟਲ ਹੋ ਗਈ। ਇਹ ਗੱਲ ਬਨਾਰਸ ਤੋਂ ਬਾਹਰ ਨਹੀਂ ਸੀ ਉਹ ਨਿਕਲਣ ਦੇਣੇ ਚਾਹੁੰਦੇ। ਕੋਈ ਗੱਲ ਹੋ ਜਾਏ ਨਾ ਤਾਂ ਵੱਡਾ ਬੰਦਾ ਕਹਿੰਦਾ ਇੱਥੇ ਹੀ ਦੱਬ ਦਿਓ, ਪਿੰਡ ਤੋਂ ਬਾਹਰ ਨਹੀਂ ਨਿਕਲਣੀ ਚਾਹੀਦੀ ਗੱਲ। ਭਗਤ ਕਬੀਰ ਸਾਹਿਬ ਬਾਲ ਲੌਜਿਕ ਪੰਡਤਾਂ ਨੂੰ ਇਕੱਠੇ ਕਰਕੇ ਕਹਿੰਦੇ ਨੇ, ਪੜ੍ਹੇ ਲਿਖੇ ਪੰਡਤ ਵਿਚਾਰ ਕਰਨ ਆ ਗਏ, ਬ੍ਰਾਹਮਣ ਪੜ੍ਹੇ ਲਿਖੇ ਨੇ, ਸ਼ਾਸਤਰਾਂ ਵੇਦਾਂ ਦਾ ਗਿਆਨ ਹੈ। ਸੈਂਕੜੇ ਬ੍ਰਾਹਮਣਾਂ ਨੂੰ ਇਕੱਠੇ ਕਰਕੇ ਰਾਜੇ ਦੇ ਸਾਹਮਣੇ ਕਿਹਾ, ਬਾਲ ਲੌਜਿਕ ਗੱਲ ਕੀਤੀ ਕਿ ਲੋ ਜੀ ਤੁਸੀਂ ਕਹਿੰਦੇ ਹੋ ਮੈਂ ਸ਼ੂਦਰ ਜੁਲਾਹਾ, ਤੁਸੀਂ ਚਾਹੁੰਦੇ ਹੋ ਅਸੀਂ ਛੋਟੀ ਜਾਤ ਦੇ, ਇਹ ਕਹਿੰਦੇ ਹੋ ਅਸੀਂ ਜੁਲਾਹੇ ਹਾਂ, ਅਸੀਂ ਕੱਪੜੇ ਖੱਡੀ ਬੁਣਨ ਦਾ ਕੰਮ ਕਰਦੇ, ਸਾਨੂੰ ਤੁਸੀਂ ਸ਼ੂਦਰ ਕਹਿੰਦੇ ਹੋ। ਸਾਡਾ ਬੁਣਿਆ ਕੱਪੜਾ ਤਾਂ ਪਾ ਲੈਂਦੇ ਹੋ, ਪਰ ਸਾਨੂੰ ਤੁਸੀਂ ਸ਼ੂਦਰ ਕਹਿੰਦੇ ਹੋ, ਅਸੀਂ ਮੰਦਿਰ ਵਿੱਚ ਨਹੀਂ ਜਾ ਸਕਦੇ। ਸੈਂਕੜੇ ਬ੍ਰਾਹਮਣ ਇਕੱਠੇ ਕਰਕੇ ਕਿਹਾ, ਇੱਕ ਗੱਲ ਸਿੱਧ ਕਰ ਦਿਓ, ਮੈਂ ਅੱਜ ਹੀ ਤੁਹਾਡੀ ਜੁੱਤੀ ਵਿੱਚ ਪਾਣੀ ਪੀ ਕੇ ਕਹਾਂਗਾ ਮੈਂ ਸ਼ੂਦਰ ਹੈ। ਉਹਨਾਂ ਕਿਹਾ ਦੱਸ, ਸਾਡੇ ਕੋਲ ਸ਼ਾਸਤਰਾਂ ਦਾ ਗਿਆਨ ਹੈ, ਕਿਹੜੀ ਗੱਲ ਸਿੱਧ ਕਰਨੀ ਹੈ। ਕਬੀਰ ਸਾਹਿਬ ਨੇ ਕਿਹਾ, ਇੱਕ ਸਭ ਤੋਂ ਸ੍ਰੇਸ਼ਟ ਬ੍ਰਾਹਮਣ ਲਿਆਓ ਇੱਧਰ, ਜਿਹੜਾ ਸਭ ਤੋਂ ਜ਼ਿਆਦਾ ਪੜ੍ਹਿਆ ਹੋਵੇ, ਜਲ ਧਾਰੇ ਕਰਦਾ ਹੋਵੇ, ਦੋ ਜੰਜੂ ਉਹਨੇ ਧੋਤੀਆਂ ਪਹਿਨਦਾ ਹੋਵੇ, ਤਿਲਕ ਬਾਰਾਂ ਲਾਉਂਦਾ ਹੋਵੇ, ਜੰਜੂ ਪਹਿਨਿਆ ਹੋਵੇ, ਸਭ ਤੋਂ ਸ੍ਰੇਸ਼ਟ ਪੰਡਤ ਬ੍ਰਾਹਮਣ ਮੇਰੇ ਬਰਾਬਰ ਬਿਠਾ ਦਿਓ, ਮੇਰੇ ਵੀ ਹੱਥ ਦੀ ਨਸ ਵੜ ਦਿਓ, ਇਹਦੀ ਵੀ ਵੜ ਦਿਓ, ਜੇ ਇਹਦੀਆਂ ਨਸਾਂ ਚੋਂ ਦੁੱਧ ਨਿਕਲ ਆਇਆ ਮੈਂ ਮੰਨ ਲਾਂਗਾ ਰੱਬ ਨੇ ਇਹਨੂੰ ਉੱਚਾ ਪੈਦਾ ਕੀਤਾ। ਮੇਰੀਆਂ ਨਸਾਂ 'ਚ ਵੀ ਉਹੀਓ ਲਾਲ ਰੰਗ ਦਾ ਲਹੂ ਹੈ, ਇਹਦੇ ਸਰੀਰ ਵਿੱਚ ਵੀ ਰੱਬ ਨੇ ਪੰਜ ਭੂਤਕ ਸਰੀਰ 'ਚ ਉਹੀ ਲਹੂ ਪਾਇਆ। ਜੇ ਬਣਾਉਣ ਵਾਲੇ ਰੱਬ ਨੇ ਫਰਕ ਨਹੀਂ ਕੀਤਾ, ਤੁਸੀਂ ਫਰਕ ਕਿਉਂ ਕਰਦੇ ਹੋ। ਇਹ ਬੜਾ ਬਾ ਲੌਜਿਕ ਗੱਲ ਸੀ। ਭਗਤ ਕਬੀਰ ਸਾਹਿਬ ਨੇ ਕਿਹਾ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੇ ਨਾਲੇ ਇੰਨਾ ਤਿੱਖਾ ਬੋਲ, ਜੇ ਤੂੰ ਬ੍ਰਾਹਮਣੀ ਦੀ ਕੁੱਖ ਤੋਂ ਪੈਦਾ ਹੋਇਆ, ਮੈਂ ਜੁਲਾਹਿਆਂ ਦੇ ਘਰ ਜੁਲਾਹੀ ਦੀ ਕੁੱਖ ਤੋਂ ਪੈਦਾ ਹੋਇਆ, ਦੱਸ ਹੁਣ ਤੇਰੇ ਤੇ ਮੇਰੇ 'ਚ ਫਰਕ ਕੀ ਹੈ। ਕਹਿੰਦੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤਵਾਨ ਬਾਟ ਕਾਹੇ ਨਹੀਂ ਆਇਆ। ਤੇਰਾ ਜਨਮ ਦਾ ਤਰੀਕਾ ਹੋਰ ਹੋਣਾ ਚਾਹੀਦਾ ਸੀ। ਜਿਵੇਂ ਮੈਂ ਜਨਮ ਲਿਆ ਨਾ ਜੇਰਜ ਖਾਣੀ 'ਚੋਂ, ਏਦਾਂ ਹੀ ਤੇਰਾ ਹੋਇਆ। ਅਗਲੀ ਗੱਲ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤਵਾਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲਹੂ ਤੁਮ ਕਤ ਦੂਧ। ਵੱਢ ਆਪਣਾ ਹੱਥ, ਮੇਰੇ ਲਹੂ ਨਿਕਲੇਗਾ, ਜੇ ਤੇਰੇ ਦੁੱਧ ਨਿਕਲਿਆ ਮੈਂ ਮੰਨ ਜਾਊਂਗਾ ਤੈਨੂੰ ਰੱਬ ਨੇ ਵੱਖਰਾ ਬਣਾਇਆ। ਉਹਨਾਂ ਕਹੇ ਇਹ ਵੀ ਕੋਈ ਗੱਲ ਹੈ। ਜੇ ਹੁਣ ਬੰਦਾ ਸਾਹਮਣੇ ਕਵੇ ਆਓ ਇਕੱਠੇ ਸਿਰ ਵੱਢਦੇ ਵੇਖਦੇ ਕੌਣ ਹੈ, ਹੱਥ ਵੱਢੋ, ਅਗਲਾ ਕਹਿੰਦਾ ਛੱਡੋ ਪਰੇ। ਲੋਕ ਕਹੇ ਕਬੀਰ ਬਹੁ ਰੰਨ, ਪਰੇ ਬਾਲ ਲੌਜੇ ਗੱਲ। ਉਹ ਕਹਿੰਦੇ ਸੀ ਇੱਥੇ ਦਫਨ ਹੋ ਜਾਏ, ਬਨਾਰਸ ਤੋਂ ਬਾਹਰ ਨਾ ਕੱਢਿਓ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਿਸ਼ਚਿਤ ਕਰਤੀ। ਔਰ ਸਾਧ ਸੰਗਤ, ਇਹੀ ਕਾਰਨ ਰਿਹਾ ਇੱਕ ਕਿ ਜਿਹੜੀ ਗੱਲ ਬਨਾਰਸ ਵਿੱਚ ਖਤਮ ਹੋਣੀ ਚਾਹੀਦੀ ਸੀ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਆ ਗਈ। ਅੱਜ ਅਸੀਂ ਉਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲੋਂ ਟੁੱਟ ਗਏ, ਫਿਰ ਅਸੀਂ ਮੂਰਤੀਆਂ ਦੁਆਲੇ ਹੋਈਏ, ਫਿਰ ਕਹੀਏ ਜੀ ਅਸੀਂ ਤੇ ਵੱਖਰਾ ਹੀ ਮੰਦਿਰ ਬਣਾਉਣਾ। ਉਹ ਨਹੀਂ, ਜਿਹੜੇ ਆਪਣੀ ਮਰਜ਼ੀ ਨਾਲ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਬਹਿ ਗਏ, ਜਿਹੜੇ ਆਪਣੀ ਮਰਜ਼ੀ ਨਾਲ ਗੁਰੂ ਨਾਨਕ ਦੇ ਨਾਲ ਬਹਿ ਗਏ, ਲੱਖ ਲੋਕੀ ਯਤਨ ਕਰਿਓ ਤੁਸੀਂ ਵੱਖ ਨਹੀਂ ਉਠਾ ਸਕਦੇ। ਉਠਾਉਣ ਵਾਲੇ ਰੁਲ ਜਾਣਗੇ, ਪਰ ਬਾਬਾ ਕਬੀਰ ਗੁਰੂ ਨਾਨਕ ਦੇ ਨਾਲ ਹੀ ਰਹੇਗਾ, ਕਿਉਂਕਿ ਉਹ ਆਪਣੀ ਮਰਜ਼ੀ ਨਾਲ ਗੁਰੂ ਨਾਨਕ ਦੇ ਨਾਲ ਬੈਠੇ ਨੇ। ਉਹਨਾਂ ਨੂੰ ਕੌਣ ਅਲੱਗ ਕਰ ਸਕਦਾ ਹੈ। ਉਹਨਾਂ ਨੂੰ ਗੁਰੂ ਨਾਨਕ ਨੇ, ਰੱਬ ਨੇ ਆਪਣੇ ਬਰਾਬਰ ਨਾਲ ਬਿਠਾਇਆ, ਉਹਨਾਂ ਨੂੰ ਕੌਣ ਅਲੱਗ ਕਰ ਸਕਦਾ ਹੈ। ਅਸੀਂ ਅਲੱਗ ਕਰਨ ਵਾਲੇ ਰੁਲ ਜਾਾਂਗੇ, ਪਰ ਬਾਬੇ ਕਬੀਰ ਨੂੰ ਗੁਰੂ ਨਾਨਕ ਤੋਂ ਕੋਈ ਅਲੱਗ ਨਹੀਂ ਕਰ ਸਕਦਾ। ਇਹਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹਾਦਤ ਦਿੱਤੀ ਹੈ।
ਇਹ ਗੱਲ ਚਾਹੁੰਦੇ ਨਹੀਂ ਸੀ ਚੰਦੂ ਵਰਗੇ, ਮੁਰਤਜ਼ਾ ਖਾਨ, ਸ਼ੇਖ ਫਰੀਦ ਬੁਖਾਰੀ, ਅਹਿਮਦ ਸਰਹੰਦੀ ਵਰਗੇ ਕਿ ਜਿਹੜੀ ਗੱਲ ਕੰਛੀ ਵਿੱਚ ਹੋ ਗਈ ਉਹ ਗੁਰੂ ਗ੍ਰੰਥ ਸਾਹਿਬ 'ਚ ਕਿਉਂ ਆ ਗਈ, ਉੱਥੇ ਖਤਮ ਹੋਣੀ ਚਾਹੀਦੀ ਸੀ। ਜਿਹੜੀ ਗੱਲ ਰਵਿਦਾਸ ਦੀ ਕੰਛੀ ਵਿੱਚ ਹੋਈ ਹੈ ਉਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਸੀ ਹੋਣੀ ਚਾਹੀਦੀ। 118 ਪੰਡਤਾਂ ਦਾ ਮੁਖੀ ਪੂਰੀ ਸਭਾ ਵਿੱਚ ਹਾਰਿਆ ਹੋਵੇ, ਉੱਠ ਕੇ ਰਵਿਦਾਸ ਦੇ ਪੈਰਾਂ 'ਚ ਲੰਮਾ ਪੈ ਕੇ ਡੰਡੌਤ ਕਰਦਾ ਹੋਵੇ, ਇਹ ਗੱਲ ਤਾਂ ਕੰਛੀ 'ਚ ਮੁੱਕ ਜਾਣੀ ਚਾਹੀਦੀ ਸੀ, ਪਰ ਇਹ ਗੱਲ ਬਾਹਰ ਕਿਵੇਂ ਆ ਗਈ? ਇਸ ਗੱਲੋਂ ਉਹ ਤੜਫਦੇ ਰਹੇ। ਗੁਰੂ ਗ੍ਰੰਥ ਸਾਹਿਬ 'ਚ ਨਹੀਂ ਸੀ ਆਉਣੀ ਚਾਹੀਦੀ ਕਿ ਨਕਰ ਜਿਨਾ ਮੇਰੀ ਜਾਤ ਵਿਖਿਆਤ ਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ ਸੁਰਸੁਰੀ ਸਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀਂ ਪਾਨੰਗ ਤਰਤਾਰ ਪਵਿੱਤਰ ਕਰ ਮਾਨੀਆਂ ਰੇ ਜੈਸੇ ਕਾਗਰਾ ਕਰਤ ਵਿਚਾਰੰਗ। ਅਖੀਰ ਤੇ ਲਿਖਿਆ ਭਗਤ ਭਗੌਤ ਲਿਖੀਏ ਤੇ ਉੱਪਰ ਹੈ ਪੂਜੀਏ ਕਰ ਨਮਸਕਾਰੰਗ ਅਬ ਵਿਪਰ ਪ੍ਰਧਾਨ ਪੰਡਤਾਂ ਦਾ ਮੁਖੀ ਤੇ ਕਰੇ ਡੰਡੌਤ ਤੇਰੇ ਨਾਮ ਸ਼ਰਨਾਏ। ਰਵਿਦਾਸ ਦਾਸਾ ਇਹ ਗੱਲਾਂ ਕੰਛੀ ਬਨਾਰਸ ਵਿੱਚ ਮੁੱਕ ਜਾਣੀਆਂ ਚਾਹੀਦੀਆਂ ਸੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਵੇਂ ਆ ਗਈਆਂ? ਕਿਉਂ? ਅੱਜ ਤੱਕ ਸ਼ੂਦਰਾਂ ਦਾ ਕੋਈ ਗ੍ਰੰਥ ਨਹੀਂ ਸੀ, ਉੱਚ ਜਾਤੀਆਂ ਦੇ ਗ੍ਰੰਥ ਸੀ। ਜੇ ਕਿਸੇ ਗ੍ਰੰਥ ਵਿੱਚ ਸ਼ੂਦਰਾਂ ਨੂੰ ਥਾਂ ਮਿਲਿਆ, ਉਹ ਮੇਰੇ ਗੁਰੂ ਨਾਨਕ ਸਾਹਿਬ ਨੇ ਬਰਾਬਰ ਬਿਠਾ ਕੇ ਕਿਹਾ ਤੁਹਾਡਾ ਤੇ ਮੇਰਾ ਰਿਸ਼ਤਾ ਕੋਈ ਅਲੱਗ ਨਹੀਂ ਕਰ ਸਕਦਾ। ਨੀਚਾਂ ਅੰਦਰ ਨੀਚ ਜਾਤ ਨੀਚੀ ਹੁਆਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕੈ ਰੀਸ। ਪਹਿਲੀ ਵਾਰ ਦੁਨੀਆ ਉੱਤੇ ਸ਼ੂਦਰਾਂ ਦਾ ਗ੍ਰੰਥ ਬਣਿਆ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਲੇ ਪਹਿਲੀ ਵਾਰ। ਇਹ ਗ੍ਰੰਥ ਜੁਲਾਹਿਆਂ ਦਾ ਗ੍ਰੰਥ ਹੈ, ਇਹ ਗ੍ਰੰਥ ਰਵਿਦਾਸ ਝੁਮਿਆਰਾਂ ਦਾ ਗ੍ਰੰਥ ਹੈ, ਇਹ ਗ੍ਰੰਥ ਸੈਣ ਨਾਈ ਦਾ ਗ੍ਰੰਥ ਹੈ, ਇਹ ਸਾਧ ਸੰਗਤ ਬਾਬੇ ਨਾਮਦੇਵ ਸ਼ਿੱਬੇ ਦਾ ਗ੍ਰੰਥ ਹੈ। ਇਹਨੂੰ ਕੌਣ ਅਲੱਗ ਕਰ ਸਕਦਾ? ਸਾਨੂੰ ਥੋੜੀ ਜਿਹੀ ਸਮਝਣ ਦੀ ਲੋੜ ਹੈ। ਬਾਣੀ ਪੜੋ, ਨਾਮ ਜਪੋ, ਆਪਣੇ ਘਰਾਂ 'ਚ ਬੱਚਿਆਂ ਨੂੰ ਸ਼ਬਦ ਜ਼ਰੂਰ ਪੜ੍ਹਾਓ। ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੱਲੇ ਅੱਖਰ ਗਿਆਨ ਨਹੀਂ ਹੈ, ਇਹ ਬਾਣੀ ਤਾਂ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ। ਬਾਣੀ ਘਰਾਂ 'ਚ ਪੜ੍ਹਨੀ ਸ਼ੁਰੂ ਕਰੋ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਮੈਨੂੰ ਦਿਹਾੜੀ ਦੇ ਸੈਂਕੜੇ ਲੋਕਾਂ ਦੇ ਫੋਨ ਆਉਂਦੇ ਨੇ, ਭਾਈ ਸਾਹਿਬ ਆਹ ਕੰਮ ਨਹੀਂ ਹੁੰਦਾ, ਆਹ ਨਹੀਂ ਹੁੰਦਾ। ਕਈਆਂ ਦਾ ਫੋਨ ਆਉਂਦਾ, ਕੋਈ ਭਾਗਾਂ ਵਾਲਾ ਦਿਨ ਹੁੰਦਾ ਜਿੱਦਣ ਕੋਈ ਨਾਮ ਬਾਣੀ ਬਾਰੇ ਪੁੱਛਦਾ, ਨਹੀਂ ਤੇ ਪਤਾ ਕੀ ਹੈ, ਸਾਡੇ ਘਰ 'ਚ ਕਿਸੇ ਨੇ ਕੁਛ ਕੀਤਾ ਹੋਇਆ ਜੀ, ਭਾਈ ਸਾਹਿਬ ਦੇਖੋ ਜਰਾ, ਭਾਈ ਸਾਹਿਬ ਆ ਸਾਡੀ ਲੜਕੀ ਨੇ 3 ਵਾਰ ਆਈਲੈਟਸ ਦਾ ਟੈਸਟ ਦਿੱਤਾ, ਬੈਂਡ ਨਹੀਂ ਆਉਂਦੇ, ਹੁਣ ਉਹਦੇ 'ਚ ਮੈਂ ਕੀ ਕਰ ਸਕਦਾ? ਇਹ ਹੁਣ ਮੈਂ ਇਦਾਂ ਤਾਂ ਨਿਰਮਲ ਬਾਬੇ ਵਾਂਗ ਕਹਿ ਨਹੀਂ ਸਕਦਾ ਤੁਹਾਨੂੰ ਵੀ ਗੋਲ ਗੱਪੇ ਖਾ ਲਓ ਕਿਰਪਾ ਹੋ ਜਾਏਗੀ, ਖੀਰ ਖਾ ਲਓ ਕਿਰਪਾ ਹੋ ਜਾਏਗੀ। ਨਹੀਂ, ਤੁਹਾਨੂੰ ਖੁਦ ਪੜ੍ਹਨਾ ਪੈਣਾ। ਇੱਕ ਮਾਈ ਦਾ ਫੋਨ ਮੈਨੂੰ ਆਇਆ, ਕਹਿੰਦੀ ਭਾਈ ਸਾਹਿਬ ਸਾਡੇ ਨਾ ਘਰ ਦੇ ਜੀਆਂ ਦੇ ਸਰੀਰ ਉੱਤੇ ਮੇਰੇ ਤੇ ਮੇਰੇ ਭਰਾ ਦੇ ਕਹਿੰਦੀ ਨੀਲ ਪੈ ਜਾਂਦੇ ਆ। ਮੈਂ ਨੀਲ ਪੈ ਜਾਂਦੇ ਕਿ ਡਾਕਟਰ ਨੂੰ ਦਿਖਾਓ, ਕੋਈ ਬਲੱਡ ਵਿੱਚ ਇਨਫੈਕਸ਼ਨ ਹੈ, ਕੋਈ ਚਮੜੀ ਦਾ ਰੋਗ ਹੋ ਸਕਦਾ ਹੈ, ਕਿਸੇ ਡਾਕਟਰ ਨੂੰ ਦਿਖਾਓ, ਸਕਿਨ ਸਪੈਸ਼ਲਿਸਟ ਨੂੰ ਦਿਖਾਓ। ਉਹ ਕਹਿੰਦੀ ਨਹੀਂ ਭਾਈ ਸਾਹਿਬ ਜੀ ਇੱਦਾਂ ਦੀ ਗੱਲ ਨਹੀਂ ਹੈ, ਤੁਸੀਂ ਕੋਈ ਦੱਸੋ। ਕਹਿੰਦੀ ਮੈਂ ਨਾ ਲਾਲ ਬਾਬੇ ਜੀ ਤੋਂ ਪੁੱਛਿਆ ਸੀ, ਉਹ ਕਹਿੰਦੇ ਕਿਸੇ ਮੁਸਲਮਾਨ ਨੇ ਕੀਤਾ। ਮੈਂ ਵੀ ਜਿਹੜੇ ਲਾਲ ਪੀਲੇ ਬਾਬੇ ਤੋਂ ਪੁੱਛਿਆ ਇਲਾਜ ਵੀ ਉਹ ਤੋਂ ਪੁੱਛ ਲਾ, ਫਿਰ ਜਿਹੜੇ ਕਿਸੇ ਲਾਲ ਬਾਬੇ ਤੋਂ ਪੁੱਛਿਆ ਇਲਾਜ ਵੀ ਉਹ ਤੋਂ ਪੁੱਛ ਲਾਂ। ਕਹਿੰਦੀ ਨਹੀਂ ਭਾਈ ਸਾਹਿਬ ਇੱਦਾਂ ਨਾ ਸਮਝ, ਉੱਦਾਂ ਤਾਂ ਅਸੀਂ ਰਾਧਾ ਸਵਾਮੀਆਂ ਦਾ ਨਾਮ ਭਜਨ ਲਿਆ। ਲੈ ਮੈਂ ਕਿਹਾ ਹੁਣ 3 ਹੋ ਗਏ, ਇੱਕ ਰਾਧਾ ਸਵਾਮੀਆਂ ਦਾ ਨਾਮ ਭਜਨ ਲਿਆ, ਦੂਜਾ ਲਾਲ ਬਾਬੇ ਤੋਂ ਪੁੱਛਿਆ, ਤੀਜਾ ਮੇਰੇ ਤੋਂ ਪੁੱਛ ਰਹੀ ਹੈ, ਫਿਰ ਤੂੰ ਕੱਲ ਨੂੰ ਕਿਸੇ ਹੋਰ ਤੋਂ ਪੁੱਛਣਾ। ਇੱਕ ਥਾਂ ਤੇ ਟਿਕਾ ਨਹੀਂ ਹੈ ਸਾਡੇ ਮਨ ਦਾ। ਉਹ ਕਹਿੰਦੀ ਤੁਸੀਂ ਦੱਸ ਦਿਓ। ਮੈਂ ਕਿਹਾ ਮੇਰੇ ਦੱਸਣ ਤੋਂ ਬਾਅਦ ਤੂੰ ਰੁਕਣਾ ਹੀ ਨਹੀਂ ਹੈ, ਤੂੰ ਕਿਸੇ ਹੋਰ ਤੋਂ ਪੁੱਛਣਾ। ਜੇ ਮੇਰੇ ਤੋਂ ਪੁੱਛਣਾ ਮੈਂ ਤਾਂ ਇੱਕੋ ਹੀ ਦੱਸਾਂਗਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਮੈਨੂੰ ਦੱਸਿਆ ਉਹ ਇਹ ਹੈ ਭਾਈ, ਜਾਓ ਤੁਹਾਡੇ ਦੁੱਖ ਰੋਗਾਂ ਦਾ ਇਲਾਜ ਹੋ ਸਕਦਾ, ਸੰਤਾਪ ਮਿਟ ਜਾਣਗੇ। ਦਵਾਈ ਲੈਣ ਤੋਂ ਗੁਰੂ ਨੇ ਰੋਕਿਆ ਨਹੀਂ, ਕਿਸੇ ਡਾਕਟਰ ਨੂੰ ਵੀ ਦਿਖਾਓ, ਪਰ ਨਾਲ ਕਿਹਾ ਦੁੱਖ ਰੋਗ ਸੰਤਾਪ ਉਤਰੇ। ਪੜੋ ਦੁੱਖ ਰੋਗ ਸੰਤਾਪ ਉਤਰੇ, ਕਾਹਦੇ ਨਾਲ? ਸੁਣੀ ਸੱਚੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ। ਬਾਣੀ ਪੜੋ ਭਾਈ, ਬਾਣੀ ਨਾਲ ਦੁੱਖ ਹਟਣਗੇ, ਪਰ ਸ਼ਰਤ ਇੱਕ ਹੈ ਕਿ ਥਿਰ ਘਰ ਵੈਸੋ ਹਰ ਜਨ ਪਿਆਰੇ। ਹੋਰ ਥਾਂ ਤੇ ਪੁੱਛਣ ਨਾ ਕਿਤੇ ਚੱਲ ਜਿਓ। ਸਤਿਗੁਰ ਤੁਮਰੇ, ਲੈ ਹੁਣ ਸਿੱਧਾ ਹੀ ਜਵਾਬ ਲਿਖਿਆ, ਹੋਰ ਇਹ ਤੋਂ ਹੁਣ ਕੀ ਸਮਝਣਾ। ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰੱਖੀ ਕਰ। ਤੂੰ ਜਨ ਬਣ ਕੇ ਅਰਦਾਸ ਕਰੀ, ਬਾਣੀ ਪੜੀ, ਤੇਰੀ ਪੈਜ ਰੱਖੇਗਾ ਗੁਰੂ।
किते भटकण की लोड़ नहीं है। असीं बीमारियां आपे गल पाईयां ने, हत्थ विच कड़ा भी पाया, पैर उत्ते किसी का काला धागा भी बन्निया। हुण गुरु दसो की करे। एक जना हत्थ नाल खिंचे इधर नूं, दूजा पैर तो खिंचदा होवे तां जोर तां फिर हुण दसो की होवेगा। पैरों उत्ते काले धागे ना पाओ, हत्थ 'च दसम पातशाह का कड़ा पाओ, गुरु की बाणी पढ़ो, अमृत छको। गुरु ने लिख के सब कुछ दे दिता। समा मेरा समाप्त हो गया, जथा पहुँच गया। एक बेनती कहनी है मैं बीबीओ तुहानूं कह दा, क्यों तुहाडे करके घरां 'च बरकत है। जिस घर में सुहानी चंगी ने उत्थे बरकतां बहुत पैंदियां, ते जिथे माफ़ करो जिहड़े घर का वजीर माड़ा निकल जाए, वो घर का फिर काम खराब हो जाए। तुहानूं बेनती है भैणों, ध्यान नाल सुणिओ। दही बनाउंदे हो घर च? दही बनाउंदे हो? अज जदों दीआं बंद डब्बियां नहीं आ गईयां वेरका दीआं, बंद ही करता दही बनाउणा। लोड़ की है, 20 रुपए दी चक लिआओ। दही बनाउण दा भाव मैं जुगत दसनी वे, एक चमचा दही का तुसीं 2 किलो दुध च पाउंदे हो, सवेरे दुध की बन जांदा? बोलिओ, दुध की बन जांदा? दही। दुध का रूप बदल गया एक चमचा दही का पाउण नाल। इहनूं पंजाब च कहंदे ने जाग लाउणा, जम्मण लाउणा। तुसीं अपने घर च जाग ला दो सिੱਖੀ ਦਾ, शब्द का। ये तुहाडे हत्थ है। पता किवें? जदों सवेरे उठ के चाह बनाउंदे हो ना भैणों, सिर ढक के रसोई च बड़िया करो। चाह रखण लग्गियां, पानी धरन लग्गियां कह दिया करो सतनाम श्री। जदों चाह पत्ती विच खंड मिठा पाओ कह दो सतनाम श्री। चाह बन गई, दुध का गिलास पाउण लग्गियां कहो सतनाम श्री। बच्चे की दुध की बोतल तैयार करनी है, उन्नी देर बीबी दुध की बोतल बनाउंदियां गर्म करदियां कवे सतनाम श्री वाहिगुरू। साध संगत कप्पां च चाह पाउण लग्गियां भैणों सिर ढक के कह दिया करो सतनाम श्री। 5-6 बार वाहिगुरू कह लिया। मेरा विश्वास है 1 महीने बाद तुहानूं रिजल्ट बैक आउणगे। घर दे जिन्ने मैंबर चाह पीणगे 1 महीने दे अंदर अंदर देखियो सारियां ने चाह दुध पीण लग्गियां कहण लग पैना सतनाम श्री। तुहाडा निक्का जिहा बच्चा दुध की बोतल पींदा है, वाहिगुरू वाहिगुरू कह के 5-7 बार दुध बना दिओ, वो बच्चा भी वाहिगुरू जपण लग जाएगा। साध संगत इनू कहंदे जाग लाउणा। इन्ने नाले जिथे सारा टब्बर सवेरे वाहिगुरू कहण लग जाए, जिथे सारा टब्बर 5-6-7 जी वाहिगुरू कह के चाह पीण लग जान, उत्थे कल कलेस रह सकदा है? रह नहीं सकता। मेरे गुरु ने लिख के दिता है सिमरो सिमर सिमर सुख पावो, कल कलेश तन माहे मिटाओ। भैनों कर लोगे इन्ना कम बई? कल तो पक्की गल है। चाह बनाउण लग्गियां 5-7 बार दुध की बोतल बच्चे दे बनाउण लग्गियां 5-7 बार सतनाम वाहिगुरू सिर ढक के कहने कह दोगे? हथ खड़े करो, मैनू यकीन हो जाए। बोले सो निहाल। ये तुहाडे वास्ते भैणों दिस इज ए होम वर्क। ये तुहाडा रोज का घर का पक्का काम है, करना ही करना है जे चाहते हो गुरु की कृपा। होर वहमां भरमां तो बच जाओगे जे चाहते हो गुरु कृपा करे, वहमां भरमां तो बचिए। इन्ना काम कर लो, ये बहुत भला हो जाना। फिर एक गुरपुरब मनाए सफल ने। फिर धन बाबा कबीर साहब का जन्म दिहाड़ा प्रकाश पुरब मनाया सफल है। विचों कई भैणों ने उदा हथ नहीं खड़े किए। वो पता क्यों? कईयां ने चाह बनाउण दी ड्यूटी सवेरे घर वालियां दी भी लाई हुई है ना। वे चाह तां घर वाला बनाउंदा है, मैं कहदे लई हथ खड़े करा? चलो जे ते घर वाला भी बनाउंदा माड़ी गल नहीं, पर कह दिओ ये सरदार जी चाह तुसीं बनाउणी है ते सतनाम वाहिगुरू भी तुसीं कहना है। सतनाम वाहिगुरू कहण नाल भला होएगा। प्रशादा बनाउण लग्गिआं वाहिगुरू कह लो। कई बार बीबियां सानूं बाਅद च इतराज करदियां, ਜਿਹੜਾ बाबा आउंदा बीबियां नूं बड़ी बेनती करदा। इधर बीबियां नूं भी कर दिया करो। हुण बीबियां नूं की बेनती करिए वे? इक्को ही बेनती है। पहली गल मैनूं खुशी है तुसीं ऐ केसा धारी दस्तार धारी बैठे, तुहाडे उत्ते दसम पातशाह की कृपा है। पर जिहड़ी जरूरी बेनती बीबियां नूं वो ये है, अपने घरां विच शक्ति वाटर लिआउणा बंद कर दिओ। शक्ति वाटर समझदे हो? जिन्हों पी के बंदा कहता पंप भारतगढ़ वाला लै लेना सवेरे होया, जगह आप खरीद लैनी, खरीदनी खरीदनी नहीं होंगी। वो तो सवेरे उतरी तो कहता घर वाले 100 रुपया दही तेल पवाना है। वो बंद कर दिओ। गल हसन की नहीं है सज्जनों, गल बड़े दुख की है। जिन्हों घर में शराब बढ़ गई
ਪਹਿਲੀ ਗੱਲ ਤਾਂ ਪੁੱਤ ਧੀਆਂ ਇੱਕ ਇੱਕ ਨੇ, ਜਿਹਦੇ ਪੁੱਤ ਨਸ਼ਿਆਂ ਤੇ ਲੱਗ ਗਏ ਸੱਜਣੋਂ ਰਹਿੰਦਾ ਕੁਝ ਨਹੀਂ ਘਰ। ਜਿੱਦਣ ਪੁੱਤ ਨਸ਼ਿਆਂ ਤੇ ਲੱਗ ਜਾਏ ਨਾ, ਬੰਦਾ ਕੰਧਾਂ 'ਚ ਸਿਰ ਮਾਰ ਮਾਰ ਰੋਂਦਾ। ਆਪਣੇ ਪੁੱਤ ਬਚਾ ਲਓ, ਆਪਣੇ ਬੱਚੇ ਬਚਾ ਲਓ, ਫਿਰ ਪੰਜਾਬ ਵੀ ਬਚ ਜਾਏਗਾ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਨਸ਼ਿਆਂ ਤੋਂ ਬਚੋ, ਸ਼ਰਾਬ ਨਾ ਵੜਨ ਦਿਓ ਘਰ 'ਚ। ਗੁਰੂ ਦੀ ਬਾਣੀ ਪੜ੍ਹੋ, ਨਾਮ ਜਪੋ, ਅੰਮ੍ਰਿਤ ਛਕੋ, ਆਪਣੇ ਬੱਚਿਆਂ ਨੂੰ ਬਚਾ ਲਓ। ਇਹ ਜੀਵਨ ਜਨਮ ਸਫਲ ਹੋਵੇ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਭਵ ਆਪੇ ਮੇਲੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ।